TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਸੁਹਿਰਦ, ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ, ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਵੇਖਣਾ ਨਾ ਭੁੱਲਣਾ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਵਿਦ TV ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਦਾ ਪਹਿਲਾ ਹਿੱਸਾ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਜੁੜ ਗਏ ਨੇ ਜੀ। ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਖਾਸ ਕਰਕੇ ਅੱਜ ਪੰਜਾਬ ਦੀ ਸਿਆਸਤ 'ਚ ਬਹੁਤ ਵੱਡਾ ਹੰਗਾਮਾ ਹੋਇਆ ਜਿਹੜਾ ਸਵੇਰ ਤੋਂ ਚੱਲ ਰਿਹਾ ਲਗਾਤਾਰ। ਨਵਜੋਤ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕਈ ਵਾਰ ਕਈ ਐਸੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਕਿਸੇ ਨੇ ਚਿੱਤੀਆਂ ਵੀ ਨਹੀਂ ਹੁੰਦੀਆਂ, ਮਨ 'ਚ ਵੀ ਨਹੀਂ ਹੁੰਦੀਆਂ, ਸੋਚਿਆ ਵੀ ਨਹੀਂ ਹੁੰਦਾ, ਤੇ ਫਿਰ ਜਰਨਲਿਸਟ ਜਿਹੜੇ ਨੇ ਉਹਦੇ ਆਪੋ ਆਪਣੇ ਮੀਨਿੰਗ ਕੱਢਦੇ ਨੇ ਤੇ ਕਿ ਪਿੱਛੇ ਕੀ ਹੋ ਸਕਦਾ, ਕਿਉਂ ਹੋਇਆ। ਤੇ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਜੋ ਕੁਝ ਕਿਹਾ ਜਾ ਰਿਹਾ, ਜੋ ਕੁਝ ਪਰੋਸ ਕੇ ਸਾਡੇ ਅੱਗੇ ਰੱਖਿਆ ਜਾ ਰਿਹਾ ਉਹ ਸਭ ਕੁਝ ਸਹੀ ਹੋਵੇ। ਹਰ ਇੱਕ ਦਾ ਆਪੋ ਆਪਣਾ ਨਜ਼ਰੀਆ। ਸੋ ਆਪਾਂ ਪ੍ਰੋਫੈਸਰ ਸਾਹਿਬ ਕੋ ਵੀ ਜਾਣਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਹੈ। ਨਵਜੋਤ ਸਿੱਧੂ ਦੀ ਜੋ ਐਕਸ਼ਨ ਹੈ, ਜੋ ਕੁਝ ਹੋਇਆ, ਉਹਦਾ ਚੰਗੇ ਮਾੜੇ ਪ੍ਰਭਾਵ ਉਹਨਾਂ 'ਤੇ ਅਸੀਂ ਜ਼ਿਕਰ ਕਰਾਂਗੇ। ਕੁਝ ਇੱਕ ਹੋਰ ਖਬਰਾਂ ਵੀ ਤੁਹਾਡੇ ਨਾਲ ਜਿਹੜੀਆਂ ਉਹਨਾਂ 'ਤੇ ਪਾਵਾਂਗੇ ਝਾਤੀ। ਸੋ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਤੁਹਾਨੂੰ ਜੀ ਆਇਆਂ ਜੀ, ਵੈਲਕਮ। ਬਹੁਤ ਮਿਹਰਬਾਨੀ ਜੀ। ਪ੍ਰੋਫੈਸਰ ਸਾਹਿਬ ਇੱਥੋਂ ਹੀ ਸ਼ੁਰੂ ਕਰ ਲਈਏ। ਵੈਸੇ ਤਾਂ ਮਹਿਕਮੇ ਦੀ ਵੰਡ ਹੋਈ ਸੀ, ਕੁਝ ਮੰਤਰੀਆਂ ਨੂੰ ਜਿਹੜੇ ਮਹਿਕਮੇ ਮਿਲੇ ਨੇ ਉਹਦੀ ਵੀ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜਾ ਇਹ ਕਾਂਗਰਸ ਦਾ ਕਲੇਸ਼ ਸੀਗਾ, ਜਿੱਥੇ ਇੱਕ ਪਾਸੇ ਸਾਨੂੰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਚੰਨੀ ਦੀ ਰਹਿਨੁਮਾਈ ਹੇਠ ਬਣੀ ਸਰਕਾਰ ਤੋਂ ਬਾਅਦ ਲਾਵਾ ਜਿਹੜਾ ਫੁੱਟਿਆ ਸੀ ਉਹ ਸ਼ਾਂਤ ਹੋ ਜਾਏਗਾ ਕਿਤੇ ਨਾ ਕਿਤੇ, ਪਰ ਉਹ ਜਿਹੜੀ ਧੁੱਖ ਦੀ ਅੱਗ ਸੀ ਉਹ ਫਿਰ ਇੱਕ ਵਾਰੀ ਫੁੱਟ ਪਈ ਆ ਜਵਾਲਾਮੁਖੀ ਦੇ ਰੂਪ 'ਚ, ਤੇ ਬੜਾ ਵੱਡਾ ਬੋਲਡ ਸਟੈਪ ਲੈ ਲਿਆ ਨਵਜੋਤ ਸਿੱਧੂ ਹੋਰਾਂ ਨੇ, ਜਿਹਦੀ ਤਵੱਕੋ ਵੀ ਘੱਟ ਕੀਤੀ ਜਾਂਦੀ ਸੀ, ਪਰ ਲੋਕ ਫਿਰ ਬਾਅਦ 'ਚ ਕਹਿ ਦਿੰਦੇ ਹੁੰਦੇ ਸੀ ਤੇ ਪਹਿਲਾਂ ਹੀ ਕਿਹਾ ਸੀ ਕਿ ਇਹ ਬੰਦਾ ਇਦਾਂ ਦਾ ਹੀ ਆ। ਸੋ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ ਸਾਰੇ ਘਟਨਾਕ੍ਰਮ ਨੂੰ, ਕਿ ਘਟਨਾਕ੍ਰਮ ਅਸਲ 'ਚ ਇਹਦੇ ਪਿੱਛੇ ਕਿਹੜੀ ਗੱਲ ਜਿਹੜੀ ਆ ਹੋ ਸਕਦੀ ਆ? ਪਹਿਲੀ ਗੱਲ ਤਾਂ ਦੇਖੋ ਇਹ ਆ ਕਿ ਨਵਜੋਤ ਸਿੱਧੂ ਜਿਹੜਾ ਆ ਉਹ ਬੇਸਿਕਲੀ ਇੱਕ ਇਮਾਨਦਾਰ ਬੰਦਾ ਆ। ਉਹਦੇ ਬਾਰੇ ਹੋਰ ਜੋ ਕੁਝ ਮਰਜ਼ੀ ਲੋਕ ਕਹੀ ਜਾਣ, ਅੱਜ ਤੱਕ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਕਰਪਟ ਬੰਦਾ ਆ ਜੀ, ਇਹਨੇ ਪੈਸੇ ਖਾ ਲਏ ਆ। ਉਹ ਦੇਖੋ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਹੈਗਾ, ਮੰਤਰੀ ਵੀ ਰਿਹਾ ਆ, ਤੇ ਜਦੋਂ ਉਹ ਕ੍ਰਿਕਟਰ ਸੀਗਾ ਉਦੋਂ ਤੋਂ ਲੈ ਕੇ ਲੋਕ ਉਹਨੂੰ ਜਾਣਦੇ ਆ। ਸੋ ਸੁਭਾਅ ਦੇ ਵਿੱਚ ਕੁਝ 19-21 ਹੋਣੀ ਉਹ ਵੱਖਰੀ ਗੱਲ ਹੈਗੀ ਆ, ਪਰ ਮੇਰੀ ਸਮਝ ਦੇ ਵਿੱਚ ਉਹ ਨੰਬਰ 1 ਤਾਂ ਇੱਕ ਬਹੁਤ ਇਮਾਨਦਾਰ ਪੋਲੀਟੀਸ਼ੀਅਨ ਆ। ਪੋਲੀਟੀਸ਼ੀਅਨ ਨਾਲੋਂ ਉਹ ਇੱਕ ਆਪਣਾ ਜਿਹੜਾ ਖਿਡਾਰੀਆਂ ਦੀ ਇਮਾਨਦਾਰੀ ਹੁੰਦੀ ਆ ਨਾ, ਉਹ ਉਹਦੇ ਵਿੱਚ ਅਜੇ ਵੀ ਹੈਗੀ ਆ। ਤੇ ਦੂਜੀ ਗੱਲ ਇਹ ਆ ਭਈ ਉਹ ਚਾਹੁੰਦਾ ਕਿ ਪੰਜਾਬ ਦਾ ਕੁਝ ਬਣਨਾ ਚਾਹੀਦਾ। ਉਹ ਪੰਜਾਬ ਦਾ ਭਲਾ ਚਾਹੁਣ ਵਾਲਾ ਵਿਅਕਤੀ ਆ। ਤੁਹਾਨੂੰ ਯਾਦ ਹੋਣਾ ਕਿ ਉਹਨੂੰ ਕੁਰੂਕਸ਼ੇਤਰ ਤੋਂ ਇੱਕ ਵਾਰੀ ਟਿਕਟ ਮਿਲਦੀ ਸੀਗੀ ਤੇ ਉਹਨੇ ਸਾਫ਼ ਕਿਹਾ ਸੀਗਾ ਕਿ ਬਈ ਮੈਂ ਬੇਸਿਕਲੀ ਪੰਜਾਬ ਦਾ ਪੁੱਤ ਆ ਤੇ ਮੈਂ ਪੰਜਾਬ ਦੇ ਵਿੱਚ ਹੀ ਜਿਹੜੀ ਸਿਆਸਤ ਆ ਉਹ ਕਰਨੀ ਆ। ਹੁਣ ਦੇਖੋ ਇਹ ਜਿਹੜਾ ਘਟਨਾਕ੍ਰਮ ਹੋਇਆ ਗਿੱਲ ਸਾਹਿਬ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੰਪੇਨ ਚੱਲੀ, ਕੰਪੇਨ ਇਸ ਕਰਕੇ ਚੱਲੀ ਕਿ ਕੈਪਟਨ ਸਾਹਿਬ ਨੇ 4.5 ਸਾਲਾਂ ਦੇ ਵਿੱਚ ਕੋਈ ਕਾਰਗੁਜ਼ਾਰੀ ਨਹੀਂ ਕੀਤੀ, ਕੋਈ ਕੰਮ ਨਹੀਂ ਕੀਤਾ। ਵਾਅਦੇ ਪੂਰੇ ਤਾਂ ਕਰਨੇ ਇੱਕ ਪਾਸੇ ਸੀਗੇ, ਉਹ ਆਪਣੇ ਮਹੱਲ ਚੋਂ ਹੀ ਨਹੀਂ ਨਿਕਲਿਆ, ਯਾਨੀ ਕਿ ਉਹ ਪੰਜਾਬ ਦੇ ਵਿੱਚ ਰਿਹਾ ਹੀ ਨਹੀਂ। ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਆ ਉਹਦੇ ਵਿੱਚ ਵੀ ਨਹੀਂ ਰਿਹਾ। ਤੋ ਜਿਹੜੀ ਫਿਕਰਮੰਦੀ ਸੀਗੀ ਸਿੱਧੂ ਹੋਰਾਂ ਦੀ, ਜਿਹਦੇ ਵਿੱਚ ਸਿੱਧੂ ਨੇ ਬਹੁਤ ਅਹਿਮ ਰੋਲ ਪਲੇ ਕੀਤਾ ਹੈਗਾ, ਜਿਹੜਾ ਕਿਉਂਕਿ ਲੋਕੀ ਯਕੀਨ ਹੀ ਨਹੀਂ ਕਰਦੇ ਕਿ ਕਾਂਗਰਸ ਇਹ ਅਫੋਰਡ ਕਰ ਸਕਦੀ ਆ ਕਿ ਕੈਪਟਨ ਨੂੰ ਲਾਂਭੇ ਕੀਤਾ ਜਾਵੇ। ਤੇ ਉਹ ਜੇ ਹੋਇਆ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਗਰੁੱਪ ਬਣਿਆ, MLA ਇਕੱਠੇ ਹੋਏ, ਜਿਹਦੇ ਵਿੱਚ ਸੁਖਜਿੰਦਰ ਰੰਧਾਵਾ ਵੀ ਸੀਗਾ, ਹੋਰ ਵੀ ਸੀਗੇ, ਪਰ ਉਹਦੇ 'ਚ ਜਿਹੜੀ ਭੂਮਿਕਾ ਬੰਨ੍ਹਣ ਵਾਲੀ ਗੱਲ ਹੈਗੀ ਹੈ, ਜਿਹੜਾ ਪਿੜ ਬੰਨ੍ਹਣ ਵਾਲਾ ਕੰਮ ਆ, ਉਹ ਮੁੱਖ ਤੌਰ ਦੇ ਉੱਤੇ ਸਿੱਧੂ ਦੀ ਅਗਵਾਈ ਦੇ ਵਿੱਚ ਹੋਇਆ। ਔਰ ਇਸੇ ਕਰਕੇ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਹੁਣ ਦੇਖੋ ਜਦੋਂ ਸਰਕਾਰ ਬਣ ਗਈ, ਸਰਕਾਰ ਦੇ ਵਿੱਚ ਇਹ
ਬਾਕੀ ਪੋਲੀਟੀਕਲ ਪਾਰਟੀਆਂ ਦੇ ਬਾਰੇ ਆਪਾਂ ਬਹੁਤਾ ਨਹੀਂ ਕਹਿ ਸਕਦੇ, ਪਰ ਕਾਂਗਰਸ ਦੇ ਵਿੱਚ ਇਹ ਪੱਕੀ ਗੱਲ ਆ ਬਈ ਆਪਣੀ ਸਾਖ ਬਣਾਉਣ ਨਾਲੋਂ ਦੂਜੇ ਲੀਡਰ ਦੀ ਸਾਖ ਜਿਹੜੀ ਆ ਉਹਨੂੰ ਵਿਗਾੜਨ ਵਾਸਤੇ ਲੀਡਰ ਜਿਹੜੇ ਆ ਉਹ ਬੜੇ ਤਤਪਰ ਰਹਿੰਦੇ ਆ। ਹੁਣ ਕੀ ਹੋਇਆ ਕਿ ਜਦੋਂ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਿਆ, ਸਿੱਧੂ ਦਾ ਕੱਦ ਵਧਿਆ, ਕਿਉਂਕਿ ਜਿਹੜੀ ਪਾਰਟੀ ਦੀ ਗਵਰਨਮੈਂਟ ਹੁੰਦੀ ਆ ਉਸ ਪਾਰਟੀ ਦਾ ਜਿਹੜਾ ਪ੍ਰਧਾਨ ਆ ਪ੍ਰਦੇਸ਼ ਕਮੇਟੀ ਦਾ, ਉਹ ਮੁੱਖ ਮੰਤਰੀ ਨਾਲੋਂ ਉੱਪਰ ਹੁੰਦਾ ਆ। ਉਹਨੇ ਪਾਰਟੀ ਦੀਆਂ ਪਾਲਿਸੀਆਂ, ਪਾਰਟੀ ਦੇ ਮਨਸੂਬੇ ਜਿਹੜੇ ਸਾਰੇ ਆ ਉਹ ਲਾਗੂ ਕਰਾਉਣੇ ਹੁੰਦੇ ਆ, ਤੇ ਉਹਦੇ ਨਾਲ ਜਿਹੜੇ ਕੁਝ ਲੋਕ ਹੈਗੇ ਆ ਪਾਰਟੀ ਦੇ ਅੰਦਰ, ਕੁਝ ਲੀਡਰ ਜਿਹੜੇ ਆ ਉਹ ਖਾਰ ਵੀ ਖਾਣ ਲੱਗ ਪਏ। ਤੇ ਨਾਲ ਦੀ ਨਾਲ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਨਾਂ ਅਸਲ 'ਚ ਨਵਜੋਤ ਸਿੱਧੂ ਹੋਰਾਂ ਨੇ ਪੇਸ਼ ਕੀਤਾ ਸੀਗਾ। ਜਿਹੜੇ ਪਹਿਲੀ ਡਿਵੈਲਪਮੈਂਟ ਆ ਉਹ ਕਿਉਂਕਿ ਸਾਡੇ ਦਰਸ਼ਕ ਸਾਰੇ ਜਾਣਦੇ ਆ ਵੀ ਪਹਿਲਾਂ ਕਿਹਦਾ ਨਾਂ ਆਇਆ, ਉਹਦੇ ਤੇ ਕਿਉਂ ਇਤਰਾਜ਼ ਹੋਇਆ ਵਗੈਰਾ ਵਗੈਰਾ, ਪਰੰਤੂ ਚੰਨੀ ਹੋਰਾਂ ਦਾ ਨਾਂ ਜਿਹੜਾ ਆ ਉਹ ਨਵਜੋਤ ਸਿੱਧੂ ਨੇ ਪੇਸ਼ ਕੀਤਾ ਸੀਗਾ। ਤੇ ਉਹਨੂੰ ਇੱਕ ਦੋਸਤ ਦੇ ਤੌਰ ਤੇ, ਆਪਣੇ ਨੇੜੇ ਦੇ ਮਿੱਤਰ ਦੇ ਤੌਰ ਦੇ ਉੱਤੇ ਕਿਤੇ ਕਿਤੇ ਟਪਲਾ ਵੀ ਖਾ ਗਿਆ ਕਿ ਉਹਨੇ ਜਦੋਂ ਉਹ ਮੁੱਖ ਮੰਤਰੀ ਦੀ ਸਹੁੰ ਵੀ ਚੁੱਕ ਲਈ ਚੰਨੀ ਨੇ, ਤਾਂ ਉਹ ਫਿਰ ਵੀ ਉਹਨੂੰ ਇੱਕ ਜਿਹੜਾ ਗੈਰ ਰਸਮੀ ਤਰੀਕਾ ਹੈ ਉਹਦੇ ਨਾਲ ਬੁਲਾਉਂਦਾ ਰਿਹਾ। ਇਹ ਉਹਦੀ ਕੁਤਾਹੀ ਸੀਗੀ। ਔਰ 2 ਦਿਨ ਉਹ ਦਿੱਲੀ ਵੀ ਨਾਲ ਗਿਆ, ਅੰਮ੍ਰਿਤਸਰ ਵੀ ਨਾਲ ਗਿਆ, ਫਿਰ ਬੜਾ ਖੁਸ਼ੀ ਦਾ ਮਾਹੌਲ ਸੀਗਾ। ਇੱਦਾਂ ਲੱਗਦਾ ਸੀਗਾ ਵੇਖਣ ਵਾਲਿਆਂ ਨੂੰ ਕਿ ਸ਼ਾਇਦ ਸਿੱਧੂ ਜਿਹੜਾ ਡੋਮੀਨੇਟ ਕਰ ਰਿਹਾ ਹੈਗਾ ਚੀਫ ਮਿਨਿਸਟਰ ਤੇ ਮੈਨੂੰ ਲੱਗਦਾ ਇਹ ਆ ਵੀ ਚੀਫ ਮਿਨਿਸਟਰ ਨੂੰ ਇਸ ਗੱਲ ਦੀਆਂ ਲੂਤੀਆਂ ਚੁਗਲੀਆਂ ਵੀ ਲਾਈਆਂ ਹੋਣਗੀਆਂ ਬਈ ਤੂੰ ਇਹਦੇ ਕੋਲ ਬਚ ਕੇ ਰਹਿ। ਉਹਦਾ ਨਤੀਜਾ ਇਹ ਨਿਕਲਿਆ ਬਈ ਹੁਣ ਜਿਹੜੀ ਕੈਬਨਿਟ ਬਣਾਈ ਆ ਉਹਦੇ ਵਿੱਚ ਨਵਜੋਤ ਸਿੱਧੂ ਦਾ ਵਾਜਬ ਤੌਰ ਤੇ ਮਸ਼ਵਰਾ ਸੀਗਾ, ਉਹਦੀ ਸਲਾਹ ਸੀਗੀ, ਉਹਦੀ ਮਨਸ਼ਾ ਸੀਗੀ, ਉਹਦੀ ਇੱਛਾ ਸੀਗੀ ਭਈ ਜਿਹੜੀ ਪਹਿਲੀ ਕੈਬਨਿਟ ਸੀਗੀ ਅਮਰਿੰਦਰ ਸਿੰਘ ਹੋਰਾਂ ਦੀ, ਉਹਦੇ ਵਿੱਚ ਜੇ ਕੋਈ ਇਮਾਨਦਾਰ ਮੰਤਰੀ ਹੋਵੇ ਤਾਂ ਉਹਨੂੰ ਰੱਖ ਲਿਆ ਜਾਵੇ, ਨਹੀਂ ਤਾਂ ਜਿਹੜੇ ਕਰਪਸ਼ਨ ਦੇ ਦੋਸ਼ਾਂ ਦੇ ਭਾਗੀ ਬਣੇ ਆ ਜਾਂ ਜਿਹੜੇ ਕਰਪਟ ਨੇ, ਜਿਨ੍ਹਾਂ ਬਾਰੇ ਆਮ ਪਤਾ ਆ ਬਈ ਇਹ ਇਮਾਨਦਾਰ ਨਹੀਂ, ਤੇ ਉਹਨਾਂ ਨੂੰ ਨਾ ਰੱਖਿਆ ਜਾਵੇ। ਪਰੰਤੂ ਨਵਜੋਤ ਸਿੱਧੂ ਦੀ ਇਸ ਮਾਮਲੇ ਵਿੱਚ ਕੋਈ ਗੱਲ ਜਿਹੜੀ ਆ ਉਹ ਮੰਨੀ ਨਹੀਂ ਗਈ। ਨਵਜੋਤ ਸਿੱਧੂ ਇਹ ਵੀ ਚਾਹੁੰਦਾ ਸੀਗਾ ਕਿ ਕੋਈ ਜਿਹੜਾ ਅਨੁਸੂਚਿਤ ਜਾਤੀਆਂ ਵਾਲੇ ਹੈਗੇ ਆ ਭਾਈਚਾਰੇ, ਉਹਨਾਂ ਦੇ ਵਿੱਚ ਇੱਕ ਮਜ਼੍ਹਬੀ ਭਾਈਚਾਰਾ ਜਿਹੜਾ ਉਹ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਆ, ਕਿ ਉਹਨਾਂ ਨੂੰ ਵੀ ਕੋਈ ਜਿਹੜੀ ਨੁਮਾਇੰਦਗੀ ਆ ਉਹ ਦਿੱਤੀ ਜਾਵੇ। ਇਹ ਵੀ ਗੱਲ ਉਹਦੀ ਨਹੀਂ ਮੰਨੀ ਗਈ। ਫਿਰ ਉਹਨੇ ਇਹ ਕਿਹਾ ਬਈ ਜਿਹੜਾ ਡੀਜੀਪੀ ਆ ਉਹ ਤੁਸੀਂ ਸਹੋਤਾ ਜਿਹੜਾ ਉਹਨੂੰ ਨਾ ਲਾਓ, ਕਿਉਂਕਿ ਉਹਦਾ ਨਾਂ ਬੋਲਦਾ ਹੈਗਾ ਜਿਹੜਾ ਕੋਟਕਪੂਰੇ ਵਾਲਾ ਕਾਂਡ ਆ ਨਾ, ਉਹਦੇ ਵਿੱਚ ਉਹਦੇ ਤੇ ਦਾਗ ਆ, ਇਸ ਕਰਕੇ ਉਹਨੂੰ ਨਹੀਂ ਲਾਉਣਾ ਚਾਹੀਦਾ। ਉਹਨਾਂ ਨੇ ਇੱਕ ਇਮਾਨਦਾਰ ਆਫੀਸਰ ਜਿਹੜਾ ਲਾਈਨ ਦੇ ਵਿੱਚ ਹੈਗਾ ਚਟੋਪਾਧਿਆਏ, ਉਹਦਾ ਨਾਂ ਪੇਸ਼ ਕੀਤਾ, ਉਹ ਚਾਹੁੰਦੇ ਸੀਗੇ ਉਹ ਲੱਗੇ, ਉਹ ਵੀ ਨਹੀਂ ਲਾਇਆ ਗਿਆ। ਫਿਰ ਐਡਵੋਕੇਟ ਜਨਰਲ ਸਿੱਧੂ ਹੋਰਾਂ ਨੇ ਪਟਵਾਲੀਆ ਜਿਹੜਾ ਆ ਉਹ ਕਿਹਾ ਵੀ ਲੱਗਣਾ ਚਾਹੀਦਾ, ਔਰ ਪਟਵਾਲੀਏ ਬਾਰੇ ਇਹ ਆ ਵੀ ਉਹ ਚੰਗਾ ਪ੍ਰੋਫੈਸ਼ਨਲ ਵੀ ਆ, ਤੇ ਅਜੇ ਉਹਦੀਆਂ ਕਾਰਗੁਜ਼ਾਰੀਆਂ ਤਾਂ ਪਤਾ ਹੀ ਲੱਗਣੀਆਂ ਸੀਗੀਆਂ। ਪਰੰਤੂ ਹੁਣ ਜਿਹੜਾ ਐਡਵੋਕੇਟ ਜਨਰਲ ਲਾਇਆ ਗਿਆ ਉਹ ਸੁਮੇਧ ਸੈਣੀ ਨੂੰ ਬਚਾਉਂਦਾ ਰਿਹਾ। ਸੁਮੇਧ ਸੈਣੀ ਦਾ ਉਹ ਵਕੀਲ ਆ, ਤੇ ਜਿਹੜਾ ਸਰਕਾਰ ਦੇ ਖਿਲਾਫ ਚੱਲਦਾ ਰਿਹਾ ਹੈਗਾ, ਉਹ ਸਰਕਾਰ ਦੀ ਪੈਰਵਾਈ, ਸਰਕਾਰ ਦੇ ਅਕਸ ਦੀ ਗੱਲ ਜਿਹੜੀ ਉਹ ਕਿਵੇਂ ਕਰੇਗਾ। ਸੋ ਇਹ ਕੁਝ ਗੱਲਾਂ ਆ ਜਿਹੜੀਆਂ ਸਿੱਧੂ ਨੂੰ ਰੜਕਣੀਆਂ ਬਣਦੀਆਂ ਸੀਗੀਆਂ ਕਿ ਉਹਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਮੰਨੀ ਗਈ। ਔਰ ਇਹਦੇ ਵਿੱਚ ਹੀ ਪਤਾ ਇਹ ਲੱਗਾ ਕਿ ਕੁਝ ਜਿਹੜੇ ਕੈਬਨਿਟ ਦੇ ਵਿੱਚ ਮੰਤਰੀ ਨੇ, ਉਹਨਾਂ ਦੇ ਵਿੱਚ ਮਨਪ੍ਰੀਤ ਬਾਦਲ ਦਾ ਵੀ ਨਾਂ ਲਿਆ ਜਾਂਦਾ, ਕਿਉਂਕਿ ਜਿਹੜੇ ਵੱਡੇ ਕੱਦ ਵਾਲੇ ਆ ਉਹ ਦੂਜੇ ਵੱਡੇ ਕੱਦ ਵਾਲੇ ਕੋਲ ਡਰਦੇ ਆ। ਇਹ ਪਤਾ ਇਹ ਲੱਗਾ ਬਈ ਇਹ ਸਾਰੀ ਜਿਹੜੀ ਖੇਡ ਖਰਾਬ ਕੀਤੀ ਆ, ਜਾਂ ਕਹਿ ਲਓ ਬਈ ਸਿੱਧੂ ਦੀ ਕੋਈ ਵੀ ਗੱਲ ਜਿਹੜੀ ਆ ਉਹ ਸਿਰੇ ਨਹੀਂ ਚੜ੍ਹਨ ਦੇਣੀ, ਭਾਵੇਂ ਕਿ ਉਹ ਪੰਜਾਬ ਬਾਰੇ ਸੋਚਦਾ ਆ ਤੇ ਉਹ ਇਮਾਨਦਾਰ ਵੀ ਆ, ਔਰ ਉਹਦੀ ਇੱਛਾ ਆ ਕਿ ਇਮਾਨਦਾਰ ਮੰਤਰੀ ਹੋਣ, ਇਮਾਨਦਾਰ ਐਡਮਿਨਿਸਟ੍ਰੇਸ਼ਨ ਹੋਵੇ, ਤੇ ਸਰਕਾਰ ਦਾ ਅਕਸ ਜਿਹੜਾ ਹੈਗਾ ਉਹ ਇਮਾਨਦਾਰੀ ਵਾਲਾ ਜਾਵੇ। ਤੇ ਉਹਨੇ ਜਦੋਂ ਦੇਖਿਆ ਬਈ
ਮੇਰੀ ਗੱਲ ਤਾਂ ਕੋਈ ਸੁਣਦੇ ਨਹੀਂਗੇ, ਮੇਰੀ ਗੱਲ ਮੰਨੀ ਨਹੀਂ ਜਾਂਦੀ ਕੋਈ, ਔਰ ਗੱਲ ਕੋਈ ਗਲਤ ਵੀ ਨਹੀਂ ਕਹਿੰਦਾ। ਉਹ ਜੇ ਉਹਨੇ ਕਿਹਾ ਹੁਣ ਆ ਜਿਹੜੇ ਮੰਤਰੀ ਕਈ ਲਏ ਆ ਉਹਨਾਂ ਦੇ ਉੱਤੇ ਸ਼ਰੇਆਮ ਲੋਕਾਂ ਨੂੰ ਇਤਰਾਜ਼ ਆ। ਇੱਕ ਮੰਤਰੀ ਜਿਹਨੂੰ ਕਰਪਸ਼ਨ ਦੇ ਦੋਸ਼ ਹੇਠ ਰਾਹੁਲ ਗਾਂਧੀ ਨੇ ਲਾਂਭੇ ਕੀਤਾ ਸੀਗਾ, ਉਹ ਵੀ ਮੰਤਰੀ ਮੰਡਲ 'ਚ ਆ ਗਿਆ। ਜਿਹੜੇ ਮੰਤਰੀ ਰਾਜੇ ਦੀ ਕੈਪਟਨ ਦੀ ਸਰਕਾਰ ਦੇ ਵਿੱਚ ਬੇਈਮਾਨੀਆਂ ਕਰਦੇ ਰਹੇ ਆ, ਕਰਪਸ਼ਨ ਦੇ ਭਾਗੀ ਆ, ਉਹਨਾਂ ਨੂੰ ਵੀ ਵਿੱਚ ਰੱਖ ਲਿਆ। ਤੇ ਹੁਣ ਉਹ ਸਿੱਧੂ ਕਹਿੰਦਾ ਵੀ ਅਸੀਂ ਤਾਂ ਭਾਈ ਇਹ ਵਾਅਦਾ ਕੀਤਾ ਲੋਕਾਂ ਨਾਲ ਜਦੋਂ ਮੈਂ ਪ੍ਰਧਾਨ ਬਣਿਆ ਆ, ਜਾਂ ਪ੍ਰਧਾਨ ਬਣਨ ਦੀ ਕੈਂਪੇਨ ਦੇ ਵਿੱਚ ਵੀ, ਕਿ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਸਾਫ਼ ਸੁਥਰਾ ਜਿਹੜਾ ਪ੍ਰਸ਼ਾਸਨ ਆ ਉਹ ਮਿਲੇ, ਸਾਰੇ ਲੋਕਾਂ ਨਾਲ ਇਨਸਾਫ ਹੋਵੇ, ਤੇ ਘੱਟੋ ਘੱਟ ਕਰਪਸ਼ਨ ਜਿਹੜੀ ਹੈ ਇਹ ਬਹੁਤ ਵੱਡਾ ਮੁੱਦਾ ਆ। ਤੇ ਇਹ ਇਸ ਤਰੀਕੇ ਨਾਲ ਜਿਹੜੇ ਸਾਫ਼ ਸੁਥਰੇ ਇਮੇਜ ਵਾਲੇ ਮੰਤਰੀ ਆ ਉਹੀ ਇਹਦੇ 'ਚ ਕੰਟਰੀਬਿਊਟ ਕਰ ਸਕਦੇ ਆ। ਜਿਹੜੇ ਪਹਿਲਾਂ ਕਰਪਟ ਨੇ ਉਹਨਾਂ ਨੇ ਗਾਂਹ ਵੀ ਕਰਪਸ਼ਨ ਹੀ ਕਰਨੀ ਆ। ਸੋ ਇਹਦੇ ਨਾਲ ਸਿੱਧੂ ਜਿਹੜੇ ਆ ਉਹ ਬੜੇ ਆਹਤ ਹੋਏ। ਆਹਤ ਹੋਣਾ ਉਹਨਾਂ ਦਾ ਬਣਦਾ ਵੀ ਸੀਗਾ, ਤੇ ਉਹਨਾਂ ਨੇ ਇਹ ਸੋਚਿਆ ਵੀ ਜੇ ਕੋਈ ਮੇਰੀ ਗੱਲ ਮੰਨਣੀ ਨਹੀਂ, ਮੇਰੇ ਹਿਸਾਬ ਨਾਲ ਚੱਲਣਾ ਨਹੀਂ, ਤੇ ਮੈਂ ਫਿਰ ਬਦਨਾਮੀ ਦਾ ਟਿੱਕਾ ਜਿਹੜਾ ਹੈਗਾ ਪੰਜਾਬੀਆਂ ਕੋਲੋਂ ਮੈਂ ਕਿਵੇਂ ਮੈਂ ਇਹਨਾਂ ਨੂੰ ਮੂੰਹ ਦਿਖਾਵਾਂਗਾ। ਸੋ ਉਹਨੇ ਇਹ ਸਟੈਪ ਲੈ ਲਿਆ ਤੇ ਉਹਨੇ ਅਸਤੀਫਾ ਦੇ ਦਿੱਤਾ। ਔਰ ਉਹਦੀ ਇਸ ਗੱਲੋਂ ਤਾਰੀਫ ਕਰਨੀ ਚਾਹੀਦੀ ਆ। ਗਿੱਲ ਸਾਹਿਬ ਕੋਈ ਛੋਟੀ ਮੋਟੀ ਪੋਜੀਸ਼ਨ ਜਿਹੜੀ ਆ ਨਾ, ਕੋਈ ਜ਼ਿਲ੍ਹਾ ਪਰਿਸ਼ਦ ਦਾ ਪ੍ਰਧਾਨ ਹੋਵੇ, ਕੋਈ ਕਾਰਪੋਰੇਸ਼ਨ ਦਾ ਪ੍ਰਧਾਨ ਹੋਵੇ, ਉਹਨਾਂ ਅਹੁਦਿਆਂ ਨੂੰ ਵੀ ਛੱਡਣ ਲੱਗਿਆਂ 20 ਵਾਰੀ ਅਗਲੇ ਸੋਚਦੇ ਆ, ਅਵਲ ਤੇ ਛੱਡਦੇ ਹੀ ਨਹੀਂਗੇ। ਤੇ ਸਿੱਧੂ ਨੂੰ ਮੈਂ ਇਸ ਗੱਲ ਦਾ ਕ੍ਰੈਡਿਟ ਦਿੰਦਾ ਆ ਕਿ ਉਹਨੇ ਜੇ ਮਹਿਸੂਸ ਕੀਤਾ ਆ ਕਿ ਮੈਂ ਨਿੱਜੀ ਤੌਰ ਦੇ ਉੱਤੇ ਕੋਈ ਲਾਭ ਜਿਹੜਾ ਆ ਉਹਦੀ ਤਵੱਕੋ ਨਹੀਂ ਰੱਖਦਾ, ਤੇ ਮੈਂ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ, ਪੰਜਾਬ ਦੇ ਭਲੇ ਵਾਸਤੇ ਖੜਾ ਆ। ਤੇ ਮੇਰੀ ਸਮਝ ਗਿੱਲ ਸਾਹਿਬ ਇਹ ਆ ਬਈ ਉਹਨੇ ਇਹ ਜਿਹੜਾ ਕਦਮ ਲਿਆ ਹੈਗਾ ਉਹ ਇਹ ਵੇਖ ਕੇ ਲਿਆ ਬਈ ਜਿਸ ਦਿਸ਼ਾ ਦੇ ਵਿੱਚ ਪਾਰਟੀ ਜਾ ਰਹੀ ਆ, ਪਾਰਟੀ ਦੀ ਸਰਕਾਰ ਜਾ ਰਹੀ ਆ, ਇਹਨਾਂ ਹਾਲਾਤ ਦੇ ਵਿੱਚ ਲੋਕਾਂ ਦਾ ਕੋਈ ਭਲਾ ਨਹੀਂ ਹੋ ਸਕਦਾ। ਤੁਸੀਂ ਗੰਦ ਦੇ ਉੱਤੇ ਇਤਰ ਛਿੜਕ ਕੇ ਤੇ ਉਹਦਾ ਜਿਹੜਾ ਬਦਬੂ ਵਾਲਾ ਸੁਭਾਅ ਆ ਉਹਨੂੰ ਬਦਲ ਨਹੀਂ ਸਕਦੇ। ਸੋ ਇਸ ਕਰਕੇ ਸਿੱਧੂ ਨੇ ਮੇਰੀ ਜਾਚੇ ਬਹੁਤ ਵਧੀਆ ਕਦਮ ਜਿਹੜਾ ਇਹ ਲਿਆ, ਢੁਕਵਾਂ ਕਦਮ ਲਿਆ ਆ ਕਿ ਜੇ ਤੁਸੀਂ ਕੋਈ ਪੰਜਾਬ ਬਾਰੇ ਨਹੀਂ ਸੋਚਣਾ, ਆਪਣੇ ਬਾਰੇ ਸੋਚਣਾ ਆ, ਆਪਣੇ ਧੜੇ ਬਾਰੇ ਸੋਚਣਾ ਆ, ਆਪਣੇ ਸਕੇ ਸੋਧਰਿਆਂ ਬਾਰੇ ਸੋਚਣਾ ਆ, ਤਾਂ ਫਿਰ ਮੈਂ ਭਾਈ ਇਸ ਗੱਲ 'ਚੋਂ ਕੀ ਲੈਣਾ ਆ। ਸੋ ਮੈਂ ਸਮਝਣਾ ਕਿ ਗਿੱਲ ਸਾਹਿਬ ਜਿਹੜਾ ਸਿੱਧੂ ਨੇ ਸਟੈਪ ਲਿਆ ਨਾ, ਇਹ ਬਿਲਕੁਲ ਠੀਕ ਦਿਸ਼ਾ ਦੇ ਵਿੱਚ ਸਟੈਪ ਲਿਆ ਜੀ। ਬਿਲਕੁਲ ਤੁਸੀਂ ਵਿਸਤਾਰ 'ਚ ਸਾਰੀ ਗੱਲਬਾਤ ਦੱਸੀ ਆ ਕਾਨੂੰ ਸਾਹਿਬ, ਔਰ ਵਾਕਿਆ ਹੀ ਸਹੀ ਪਰਫੈਕਟ ਸਾਰੀ ਗੱਲ ਦੱਸੀ ਆ। ਪਰ ਇਹ ਸਾਰੀ ਗੱਲ ਦੇ ਪਿੱਛੇ ਇੱਕ ਗੱਲ ਇੱਦਾਂ ਵੀ ਲੱਗਦੀ ਆ ਕਿ ਜਿਹੜਾ ਸਾਡਾ ਮੌਜੂਦਾ ਜਰਨਲਿਜ਼ਮ ਹੈ, ਸਿਆਸਤ ਤੇ ਗੰਦਲੀ ਹੋਈ, ਜਿਵੇਂ ਤੁਸੀਂ ਕਿਹਾ ਆ ਕਿ ਅਤਰ ਉੱਪਰ ਪਾ ਕੇ ਕਿਸੇ ਗੰਦ ਤੇ ਉਹਦੀ ਬਦਬੂ ਨਹੀਂ ਮਿਟਾਈ ਜਾ ਸਕਦੀ। ਇਸੇ ਤਰ੍ਹਾਂ ਹੀ ਜਿਹੜਾ ਜਰਨਲਿਜ਼ਮ ਆ ਇਹਦੇ ਤੇ ਬਹੁਤ ਸਾਰੇ ਸਵਾਲ ਉਠਾਉਣ ਨੂੰ ਦਿਲ ਕਰਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਜਿਹੜਾ ਇਹਨਾਂ ਦਾ ਕਲੇਸ਼ ਚੱਲਦਾ ਸੀਗਾ ਉਹਨੂੰ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਰਿਹਾ, ਜਿਸ ਤਰੀਕੇ ਨਾਲ 3-4 ਦਿਨ ਵੱਖਰੇ ਵੱਖਰੇ ਚੈਨਲ ਆਪਣਾ ਸੀਐਮ ਬਣਾਉਂਦੇ ਰਹੇ ਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਦੇ ਵਿੱਚ ਸਾਡੇ ਸੂਤਰਾਂ ਨੇ ਇਹ ਕਿਹਾ ਅਸੀਂ ਰਾਜਨੀਤੀ ਡੀਕੋਡ ਕਰ ਰਹੇ ਹਾਂ, ਅਸੀਂ ਸਭ ਤੋਂ ਪਹਿਲਾਂ ਲੈ ਕੇ ਆ ਰਹੇ ਹਾਂ। ਉਹ ਜੋ ਜਲੂਸ ਕੱਢਿਆ ਸਾਡੇ ਪੱਤਰਕਾਰ ਭਰਾਵਾਂ ਨੇ ਉਹ ਵੀ ਵੇਖਣ ਵਾਲਾ ਸੀ। ਤੇ ਉਹੋ ਜਿਹੇ ਹੀ ਕਮੈਂਟਸ ਅੱਜ ਆ ਰਹੇ ਆ, ਬੈਲੈਂਸ ਕਿਤੇ ਵੀ ਨਹੀਂ। ਜਿਹੜਾ ਵੀ ਟੀਵੀ ਦੇ ਸਕਰੀਨ ਤੇ ਆਉਂਦਾ ਆ, ਆਉਂਦਿਆਂ ਹੀ ਕਹਿੰਦਾ ਅਸੀਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਸੀ ਕਿ ਇਹ ਵਿਅਕਤੀ ਇਸ ਕਾਬਲ ਹੀ ਨਹੀਂ ਆ। ਕੈਪਟਨ ਸਾਹਿਬ ਨੇ ਠੀਕ ਕਿਹਾ ਆ ਕਿ ਇਹ ਬੰਦਾ ਫਿੱਟ ਹੀ ਨਹੀਂ ਹੈ ਸਿਆਸਤ ਦੇ। ਯਾਨੀ ਕਿ ਅੱਜ ਉਹਨਾਂ ਹੀ ਜਰਨਲਿਸਟ ਜਿਹੜੇ ਪਾਣੀ ਪੀ ਪੀ ਕੋਸਦੇ ਸੀਗੇ ਕੈਪਟਨ ਸਾਹਿਬ ਨੂੰ ਵੀ ਇਸ ਬੰਦੇ ਨੇ ਕੀਤਾ ਕੱਖ ਨਹੀਂ, ਇਹ ਬੰਦਾ ਨਖਿੱਧ ਆ, ਪੰਜਾਬ ਦੇ ਭਲੇ 'ਚ ਇਹਨੂੰ ਬਦਲਣਾ ਬਹੁਤ ਜ਼ਰੂਰੀ ਆ। ਅੱਜ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਕੈਪਟਨ ਜੋ ਬੋਲ ਰਿਹਾ ਉਹ ਸਹੀ ਬੋਲ ਰਿਹਾ ਤੇ ਜੋ ਨਵਜੋਤ ਸਿੱਧੂ ਕਹਿ ਰਿਹਾ ਉਹ ਗਲਤ ਕਹਿ ਰਿਹਾ। ਯਾਨੀ ਕਿ ਅਸੀਂ ਖਬਰਾਂ 'ਚ ਰਹਿਣਾ ਆ, ਅਸੀਂ ਦੱਸਣਾ ਆ ਕਿ ਅਸੀਂ ਬੜੇ ਸਿਆਣੇ ਜਰਨਲਿਸਟ ਆ। ਇਹ ਨਹੀਂ ਵੇਖਣਾ ਕਿ ਪੰਜਾਬ ਦੀ ਬਿਹਤਰੀ ਕਿਹੜੀ ਗੱਲ 'ਚ ਆ, ਕਿਹੜੀ ਚੀਜ਼ ਸਹੀ ਤਰੀਕੇ ਨਾਲ ਪੇਸ਼ ਕੀਤੀ ਜਾਵੇ ਲੋਕਾਂ ਦੇ ਸਾਹਮਣੇ ਕਿ ਲੋਕ ਉਹ ਤੋਂ ਆਪਣਾ ਕੋਈ ਓਪੀਨੀਅਨ ਬਣਾ ਸਕਣ। ਬੜਾ ਕਿਹਾ ਜਾਂਦਾ ਕਿ ਤੀਜਾ ਚੌਥਾ ਥੰਮ ਹੈ ਤੇ ਹੈ ਵੀ ਠੀਕ, ਪਰ ਬਹੁਤ ਜਿਹੜੇ
ਮਤਲਬ ਜਿੱਦਾਂ ਕਹਿੰਦੇ ਆ ਨਾ, ਛੋਟੇ ਲੋਕ ਜਿਹੜੇ ਆ ਇਸ ਪੇਸ਼ੇ 'ਚ ਵੀ ਘੁਸ ਗਏ ਆ, ਜਿਨ੍ਹਾਂ ਦਾ ਕੰਮ ਸਿਰਫ ਇਹ ਆ ਕਿ ਅਸੀਂ ਕਿੱਦਾਂ ਪਾਪੂਲਰ ਹੋਣਾ ਆ। ਸੋ ਇਹ ਗੱਲ ਵੀ ਬੜੀ ਦੁਖਦਾਈ ਨਜ਼ਰ ਆ ਰਹੀ ਹੈ। ਗਿੱਲ ਸਾਹਿਬ ਕਹਿੰਦੇ ਆ ਜੇ ਝੱਗਾ ਚੁੱਕੀ ਹੈ ਨਾ ਤੇ ਆਪਣਾ ਢਿੱਡ ਨੰਗਾ ਹੁੰਦਾ। ਅਸੀਂ ਵੀ ਕਿਉਂਕਿ ਉਸ ਭਾਈਚਾਰੇ ਨਾਲ ਜੁੜੇ ਹੋਏ ਆ ਤੇ ਜਦੋਂ ਉਹਨਾਂ ਦੇ ਸੰਬੰਧ 'ਚ ਕੋਈ ਗੱਲ ਹੁੰਦੀ ਆ ਤਾਂ ਰਿਫਲੈਕਸ਼ਨ ਸਾਡੇ ਤੇ ਵੀ ਆਉਂਦੀ ਆ। ਪਰੰਤੂ ਇਹ ਗੱਲ ਤੁਹਾਡੀ ਦਰੁਸਤ ਆ ਕਿ ਜਿੱਦਾਂ ਭਾਰਤ ਦੇ ਵਿੱਚ ਗੋਦੀ ਮੀਡੀਆ ਬਣ ਗਿਆ ਕਿ ਉਹਨਾਂ ਨੇ ਸਰਕਾਰ ਦਾ ਪੱਖ ਜਿਹੜਾ ਹੈਗਾ ਉਹੀ ਬੋਲੀ ਜਾਣਾ, ਸਾਰਾ ਦਿਨ ਉਹੀ ਖਬਰਾਂ ਦੇਈ ਜਾਣੀਆਂ। ਤੇ ਇਸੇ ਤਰ੍ਹਾਂ ਵੇਖੋ ਨਾ, ਜੇ ਦਿੱਲੀ ਦੇ ਵਿੱਚ ਇਸ ਕਿਸਮ ਦਾ ਜਿਹੜਾ ਜਰਨਲਿਜ਼ਮ ਆ ਉਹ ਚੱਲਦਾ ਆ, ਨੈਸ਼ਨਲ ਲੈਵਲ ਤੇ ਜੇ ਇਸ ਕਿਸਮ ਦਾ ਜਰਨਲਿਜ਼ਮ ਚੱਲਦਾ ਆ, ਤੇ ਜਿਹੜੀਆਂ ਸਟੇਟਾਂ ਆ ਉਹ ਕਿੱਦਾਂ ਬਚੀਆਂ ਰਹਿ ਸਕਦੀਆਂ। ਤੇ ਇਸ ਕਰਕੇ ਜਿਹੜੇ ਪੰਜਾਬ ਦੇ ਜਰਨਲਿਸਟ ਨੇ ਜਾਂ ਅਸੀਂ ਜਿਹੜੇ ਬਾਹਰ ਬੈਠੇ ਆ, ਸਾਨੂੰ ਕਈ ਵਾਰੀ ਬਹੁਤੀਆਂ ਜਿਹੜੀਆਂ ਧਰਾਤਲ ਵਾਲੀਆਂ ਗੱਲਾਂ ਹੈਗੀਆਂ ਉਹਨਾਂ ਦਾ ਪੂਰਾ ਗਿਆਨ ਵੀ ਨਹੀਂ ਹੁੰਦਾ, ਪੇਤਲੀ ਜੀ ਸਮਝ ਹੁੰਦੀ ਆ। ਤੇ ਅਸੀਂ ਇਹ ਦਾਅਵੇ ਕਰਦੇ ਆ, ਜਿੱਦਾਂ ਤੁਸੀਂ ਠੀਕ ਕਿਹਾ ਹੈਗਾ, ਪੱਤਰਕਾਰੀ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਉਹ ਭਾਵੇਂ ਪੰਜਾਬ 'ਚ ਹੋਵੇ ਤੇ ਭਾਵੇਂ ਪੰਜਾਬ ਤੋਂ ਬਾਹਰ, ਉਹ ਇਹ ਦਾਅਵੇ ਕਰਦਾ ਹੈਗਾ ਕਿ ਮੈਂ ਹੀ ਇਹ ਗੱਲ ਜਿਹੜੀ ਆ ਪਹਿਲਾਂ ਕਹੀ ਸੀਗੀ, ਜਿਵੇਂ ਕਿ ਉਹ ਉਹਨਾਂ ਲੀਡਰਾਂ ਨੂੰ ਕੋਈ ਜਾ ਕੇ ਸਲਾਹ ਦਿੰਦੇ ਹੋਣ ਜਾਂ ਜਿਹੜੇ ਲੀਡਰ ਆ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਹੋਣ। ਹੁਣ ਵੇਖਣ ਵਾਲੀ ਗੱਲ ਗਿੱਲ ਸਾਹਿਬ ਇਹ ਹੈਗੀ ਆ ਕਿ ਤੁਸੀਂ ਵੀ ਭਾਰਤ ਤੋਂ ਆਏ ਆ, ਪੰਜਾਬ ਤੋਂ ਹੀ ਆਏ ਆ, ਮੈਂ ਵੀ ਪੰਜਾਬ ਤੋਂ ਆਇਆ। ਮੈਂ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਆ ਉਹ ਜਲੰਧਰ ਕੱਟਿਆ ਹੈਗਾ ਤੇ ਜਲੰਧਰ ਜਿਹੜਾ ਉਹ ਮੀਡੀਆ ਦਾ ਘਰ ਆ। ਮੈਂ ਲਾਲਾ ਜਗਤ ਨਾਰਾਇਣ ਹੋਰਾਂ ਨੂੰ ਵੀ ਜਾਣਦਾ, ਅਮਰ ਸਿੰਘ ਦੋਸਾਂਝ ਹੋਰਾਂ ਨੂੰ, ਅਕਾਲੀ ਪੱਤਰਕਾਰ ਵਾਲਿਆਂ ਨੂੰ, ਜਿਹੜੇ ਯਸ਼ ਸੀਗੇ ਮਿਲਾਪ ਵਾਲੇ ਉਹਨਾਂ ਨੂੰ ਵੀ, ਸਾਧੂ ਸਿੰਘ ਹਮਦਰਦ ਹੋਰਾਂ ਨੂੰ ਵੀ। ਉਹਨਾਂ ਦਾ ਜਿਹੜਾ ਜ਼ਮਾਨਾ ਸੀਗਾ 70 ਤੋਂ 80 ਦੇ ਦਰਮਿਆਨ ਵਾਲਾ, ਉਹਦੇ ਵਿੱਚ ਜਰਨਲਿਜ਼ਮ ਜਿਹੜਾ ਆ ਉਹ ਕਾਫੀ ਹੱਦ ਤੱਕ ਸਾਫ਼ ਸੁਥਰਾ ਸੀਗਾ, ਉਹਦੀ ਕ੍ਰੈਡੀਬਿਲਿਟੀ ਸੀਗੀ। ਆ ਜਦੋਂ ਦਾ ਬਾਅਦ ਦੇ ਵਿੱਚ ਆਪਣਾ ਇਲੈਕਟ੍ਰੋਨਿਕ ਮੀਡੀਆ ਆ ਗਿਆ ਨਾ, ਇਹਦੇ ਨਾਲ ਥਾਂ ਥਾਂ ਟੀਵੀ ਚੈਨਲ ਖੁੱਲ ਗਏ ਆ ਔਰ ਅਖਬਾਰਾਂ ਦੇ ਮਾਲਕ ਜਿਹੜੇ ਆ ਬਹੁਤਿਆਂ ਨੇ ਇਦਾਂ ਕੀਤਾ ਬਈ ਅਸੀਂ ਤੁਹਾਨੂੰ ਸਰਟੀਫਿਕੇਟ ਦੇ ਦਿੰਦੇ ਆ ਕਿ ਇਹ ਸਾਡਾ ਨੁਮਾਇੰਦਾ ਆ ਤੇ ਤਨਖਾਹ ਅਸੀਂ ਤੁਹਾਨੂੰ ਕੋਈ ਨਹੀਂ ਦੇਣੀ, ਤੁਸੀਂ ਫੀਲਡ ਦੇ ਵਿੱਚੋਂ ਆਪਣੀ ਕਮਾਈ ਕਰਨੀ ਆ। ਤੇ ਕਮਾਈ ਉਹਨਾਂ ਨੇ ਕਿੱਦਾਂ ਕਰਨੀ ਆ? ਦੋ ਤਰੀਕੇ ਆ। ਇੱਕ ਤਾਂ ਇਹ ਆ ਕਿ ਉਹ ਇਸ਼ਤਿਹਾਰ ਲਿਆਉਣ, ਤੇ ਇਸ਼ਤਿਹਾਰ ਇੰਨਿਆਂ ਜਣਿਆਂ ਨੂੰ ਇੱਕ ਸ਼ਹਿਰ ਚੋਂ ਕਿੰਨੇ ਕੁ ਮਿਲ ਸਕਦੇ ਆ। ਤੇ ਦੂਜੀ ਇਹ ਆ ਵੀ ਫਿਰ ਤੁਸੀਂ ਥਾਣੇਦਾਰ ਨੂੰ ਬਲੈਕਮੇਲ ਕਰੋ, ਕਿਸੇ ਹੋਰ ਅਫਸਰ ਨੂੰ ਬਲੈਕਮੇਲ ਕਰੋ, ਕਿਸੇ ਹੋਰ ਮਹਿਕਮੇ ਦੇ ਜਿਹੜਾ ਆਫਿਸਰ ਹੈ ਉਹਨੂੰ ਬਲੈਕਮੇਲ ਕਰੋ। ਸੋ ਜਦੋਂ ਗਿੱਲ ਸਾਹਿਬ ਮੀਡੀਆ ਦਾ ਆਧਾਰ ਇਹ ਬਣ ਜਾਏਗਾ ਕਿ ਉਹਨਾਂ ਨੇ ਇੱਕ ਬਲੈਕਮੇਲਿੰਗ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਆਪਣੇ ਅਖਬਾਰ ਦੇ ਮਾਲਕ ਕੋਲੋਂ ਲੈਣਾ ਆ, ਤੇ ਉਹਨਾਂ ਦਾ ਲੈਵਲ ਵੀ ਤੁਹਾਨੂੰ ਪਤਾ ਹੀ ਆ ਵੀ ਕੀ ਹੋ ਸਕਦਾ ਆ। ਔਰ ਪਿਛਲੇ ਕੁਝ ਸਮੇਂ ਤੋਂ ਜਿਹੜੇ ਜਰਨਲਿਜ਼ਮ ਪੜ੍ਹ ਕੇ ਆਏ ਆ ਸਟੂਡੈਂਟ, ਜਰਨਲਿਜ਼ਮ ਦੇ ਰਹੇ ਆ ਤੇ ਪੱਤਰਕਾਰ ਬਣੇ ਆ, ਉਹ ਵੀ ਹੌਲੀ ਹੌਲੀ ਜਿਹੜੇ ਆ ਉਹ ਜਿੱਦਾਂ ਹੁੰਦਾ ਨਾ ਲੂਣ ਦੀ ਖਾਣ ਵਿੱਚ ਜਾ ਕੇ ਬੰਦਾ ਲੂਣ ਹੀ ਹੋ ਜਾਂਦਾ ਆ, ਉਹ ਵੀ ਕਿਉਂਕਿ ਜਿਹੜੀਆਂ ਮੈਨੇਜਮੈਂਟਾਂ ਹੈਗੀਆਂ ਉਹਨਾਂ ਦਾ ਜਿਹੜਾ ਵਤੀਰਾ ਆ ਉਹ ਇਸ ਕਿਸਮ ਦਾ ਆ ਵੀ ਤੁਸੀਂ ਕਮਾਈ ਕਰਕੇ ਲਿਆਓ ਅਖਬਾਰ ਲਈ, ਜੋ ਮਰਜ਼ੀ ਕਰੋ। ਸੋ ਇਸ ਕਰਕੇ ਉਹਦਾ ਜਿਹੜਾ ਲੈਵਲ ਹੈ ਨਾ ਜੀ, ਸਾਨੂੰ ਦੁੱਖ ਵੀ ਹੁੰਦਾ ਇਸ ਗੱਲ ਦਾ ਕਿ ਕਾਫੀ ਨੀਵਾਂ ਹੋ ਗਿਆ। ਮੈਨੂੰ ਯਾਦ ਆ ਬਈ ਇੱਕ ਵਾਰੀ ਜਦੋਂ ਮੈਂ ਪੰਜਾਬ 'ਚ ਸੀਗਾ ਤੇ ਕੈਨੇਡਾ ਤੋਂ ਕੋਈ ਸੱਜਣ ਗਏ ਤੇ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਪੱਤਰਕਾਰ ਜਿਹੜਾ ਉਹ ਬਲੈਕਮੇਲ ਕਰਕੇ ਉਹਨਾਂ ਦੇ ਕਿਸੇ ਬੰਦੇ ਨੂੰ ਤੰਗ ਕਰ ਰਿਹਾ ਸੀਗਾ। ਉਹ ਮਾਲਕ ਨੂੰ ਮਿਲੇ, ਉਹਨਾਂ ਨੇ ਐਫੀਡੇਵਿਟ ਲੈ ਕੇ ਆਂਦੇ ਬਈ ਇਹਨੇ ਫਲਾਣੇ ਕੋਲੋਂ ਪੈਸੇ ਲਏ ਆ ਜਾਂ ਮੰਗੇ ਆ ਜਾਂ ਕੁਝ ਵੀ ਆ ਇਸ ਤਰੀਕੇ ਦਾ। ਉਹ ਐਫੀਡੇਵਿਟ ਹੀ ਲੈ ਕੇ ਆਏ ਤੇ ਅਖਬਾਰ ਦੇ ਮਾਲਕ ਨੂੰ ਮਿਲੇ। ਅਖਬਾਰ ਦੇ ਮਾਲਕ ਨੇ ਉਹਨਾਂ ਨੂੰ ਚਾਹ ਪਾਣੀ ਪਿਆਇਆ, ਮਤਲਬ ਚਾਹ ਦੇ ਨਾਲ ਬਿਸਕੁਟ ਵੀ ਚੰਗੇ ਖਵਾਏ, ਤੇ ਜਿਹੜੀ ਅਸਲੀ ਗੱਲ ਸੀਗੀ ਉਹਦੇ ਬਾਰੇ ਕਹਿੰਦੇ ਜੀ ਵੀ ਇਹ ਕੋਈ ਵੱਡਾ ਨਹੀਂ ਮਸਲਾ, ਮਤਲਬ ਉਦੋਂ ਵੱਡੇ ਵੱਡੇ ਵੀ ਮਸਲੇ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋ ਜਿਹੜਾ ਮੀਡੀਆ ਆ ਜੀ, ਇਹ ਅਫਸੋਸ ਵਾਲੀ ਗੱਲ ਆ ਕਿ ਉਹ ਅੱਜ ਕੁਛ ਕਵੇ ਤੇ ਕੱਲ ਨੂੰ ਕੁਛ ਕਵੇ। ਉਹ ਆਪਣੇ ਥਾਂ ਐਨਾਲਿਸਿਸ ਕਰੇ, ਉਹਦਾ ਹੱਕ ਬਣਦਾ ਆ, ਪਰੰਤੂ ਉਹਦਾ ਇਹ ਹੱਕ ਨਹੀਂ ਬਣਦਾ ਕਿ ਉਹ ਲੀਡਰਾਂ ਨੂੰ ਬਲੈਕਮੇਲ ਕਰੇ ਜਾਂ
ਅੱਜ ਜਿੱਦਾਂ ਤੁਸੀਂ ਠੀਕ ਕਿਹਾ ਹੈਗਾ ਵੀ ਕੱਲ ਤੱਕ ਤਾਂ ਰਾਜੇ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਇਹ ਐਸਾ ਮੁੱਖ ਮੰਤਰੀ ਆ ਜਿਹੜਾ ਪੰਜਾਬ 'ਚ ਵੀ ਨਹੀਂ ਰਹਿੰਦਾ ਤੇ ਸੈਕਟਰੀਏਟ 'ਚ ਵੀ ਨਹੀਂ ਆਉਂਦਾ। ਹੋਰ ਜਿਹੜੀਆਂ ਗੱਲਾਂ ਕਰਦੇ ਸੀਗੇ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਤੇ ਅੱਜ ਜੇ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਰਿਹਾ ਤਾਂ ਕੀ ਉਹ ਫਿਰ ਇਹਨਾਂ 5-10 ਦਿਨਾਂ ਦੇ ਵਿੱਚ ਦੁੱਧ ਧੋਤਾ ਹੋ ਗਿਆ? ਸੋ ਇਸ ਕਰਕੇ ਤੇ ਸਿੱਧੂ ਜਿਹੜਾ ਥਰੂ ਆਊਟ, ਦੇਖੋ ਮੈਂ ਪਹਿਲਾਂ ਵੀ ਇਹ ਕਿਹਾ ਆ ਕਿ ਬੰਦੇ ਦਾ ਸੁਭਾਅ ਹੁੰਦਾ, ਉਹਦਾ ਜਿਹੜਾ ਪ੍ਰਤੀਕਰਮ ਦੇਣ ਦਾ ਤਰੀਕਾ ਹੁੰਦਾ ਆ। ਤੁਹਾਨੂੰ ਯਾਦ ਹੋਣਾ ਕਿ ਇਹ ਬਤੌਰ ਕ੍ਰਿਕਟਰ ਵੀ ਇੱਕ ਅਣਖੀਲਾ ਕ੍ਰਿਕਟਰ ਰਿਹਾ ਹੈਗਾ। ਇਹਦੇ ਨਾਲ 19-21 ਕੀਤੀ ਸੀਗੀ ਕਪਤਾਨ ਨੇ ਤੇ ਉੱਥੇ ਮੈਚ ਵਿੱਚ ਹੀ ਛੱਡ ਕੇ ਆ ਗਿਆ ਸੀਗਾ। ਔਰ ਹੁਣ ਵੀ ਜਦੋਂ ਇਹ ਦਾਅਵੇ ਕਰਦਾ ਆ ਤਾਂ ਬਹੁਤ ਹੱਦ ਤੱਕ ਇਹ ਤਾਂ ਪੰਜਾਬ ਦੇ ਲੋਕ ਮੰਨਦੇ ਆ ਨਾ ਬਈ ਇਹ ਬੇਸਿਕਲੀ ਇਮਾਨਦਾਰ ਬੰਦਾ ਔਰ ਪੰਜਾਬ ਦਾ ਭਲਾ ਚਾਹੁੰਦਾ ਆ। ਤੇ ਜੇ ਇਹਨੂੰ ਬੇਇੱਜ਼ਤ ਕੀਤਾ ਜਾਂਦਾ ਆ ਜਾਂ ਜ਼ਲੀਲ ਕੀਤਾ ਜਾਂਦਾ ਆ, ਮੈਂ ਇੱਕ ਸਖਤ ਸ਼ਬਦ ਵਰਤ ਰਿਹਾ ਆ, ਤਾਂ ਫਿਰ ਅਗਲੇ ਕੋਲ ਚਾਰਾ ਕੀ ਆ ਭਾਜੀ? ਗਿੱਲ ਸਾਹਿਬ ਅਗਲੇ ਕੋਲ ਕੀ ਚਾਰਾ ਆ? ਉਹ ਇਹੋ ਹੀ ਕਹੂਗਾ ਬਈ ਜੇ ਬਦਨਾਮੀ ਮਿਲਣੀ ਆ, ਕਿਉਂਕਿ ਜਿਸ ਪਾਸੇ ਨੂੰ ਹੁਣ ਸਰਕਾਰ ਚੱਲੀ ਆ, ਜਿਸ ਤਰੀਕੇ ਨਾਲ ਮਹਿਕਮੇ ਵੰਡੇ ਆ, ਕੁਝ ਕਰਪਟ ਵਜ਼ੀਰ ਲੈ ਲਏ ਗਏ ਆ ਤੇ ਕੁਝ ਵਜ਼ੀਰਾਂ ਦੇ ਜਿਹੜੇ ਹੈਗੇ ਆ ਮਹਿਕਮੇ ਉਹ ਵੀ ਉਹੀ ਰੱਖੇ ਗਏ ਆ ਜਿਹੜੇ ਉਹਨਾਂ ਕੋਲ ਕੈਪਟਨ ਦੀ ਮਿਨਿਸਟਰੀ ਦੇ ਵਿੱਚ ਸੀਗੇ। ਤੇ ਹੁਣ ਲੋਕ ਇਹ ਵੇਖਦੇ ਆ ਵੀ ਇਹਦੇ 'ਚ ਤਬਦੀਲੀ ਕੀ ਹੋਈ ਆ। ਲੋਕ ਤੇ ਇਹ ਆਸ ਕਰਦੇ ਸੀਗੇ ਕਿ ਦੇਖੋ ਜਿਹੜੇ ਮੁੱਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉਹਦਾ ਮੁੱਦਾ ਹੈਗਾ, ਜਾਂ ਹੋਰ ਅਨਇੰਪਲੋਇਮੈਂਟ ਦਾ ਮੁੱਦਾ ਹੈਗਾ, ਸੂਬੇ ਦੀ ਡਿਵੈਲਪਮੈਂਟ ਦਾ ਮੁੱਦਾ ਹੈ, ਕਿਸਾਨੀ ਦਾ ਮੁੱਦਾ ਹੈ, ਇਹ ਫਿਰ ਕਿੱਧਰ ਜਾਣੇ ਆ? ਇਹ ਤਾਂ ਆਪਸ ਦੇ ਵਿੱਚ ਹੀ ਸ਼ੁਰੂ ਹੋ ਗਿਆ ਕੰਮ ਭਈ ਇੱਕ ਮੰਤਰੀ ਜਿਹੜਾ ਉਹ ਦੂਜੇ ਦੀਆਂ ਲੱਤਾਂ ਖਿੱਚੀ ਜਾਵੇ, ਦੂਜਾ ਜਿਹੜਾ ਉਹ ਤੀਜੇ ਦੀਆਂ ਖਿੱਚੀ ਜਾਵੇ, ਤੇ ਡਿਵੈਲਪਮੈਂਟ ਇੱਥੋਂ ਕਿੱਥੇ ਹੋਣੀ ਆ? ਕਿਹੜਾ ਮੰਤਰੀ ਆ ਜਿਹੜਾ ਆਪਣੇ ਕੰਮਕਾਰ ਵਾਸਤੇ ਵਿਹਲਾ ਹੋਊਗਾ ਜਿਹਨੇ ਇਦਾਂ ਦੇ ਕੰਮ ਕਰਨੇ ਆ? ਸੋ ਇਹ ਸਰਕਾਰ ਜਿਹੜੀ ਆ ਜੀ, ਇਹ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ, ਅਜੇ ਵੀ ਕੁਝ ਹੈਗੀਆਂ ਕਿ ਇਹਨਾਂ ਨੇ ਇੱਕ ਡਾਊਨ ਟਰੋਡਨ ਜਿਹੜਾ ਅਨੁਸੂਚਿਤ ਜਾਤੀ ਦਾ ਵਿਅਕਤੀ ਆ ਉਹਨੂੰ ਮੁੱਖ ਮੰਤਰੀ ਦਾ ਦਰਜਾ ਦਿੱਤਾ ਆ। ਪਾਰਟੀ ਜਿਹੜੀ ਆ ਉਹਦੇ ਵਿੱਚ ਉਹਦੀ ਕ੍ਰੈਡੀਬਿਲਿਟੀ ਵੀ ਲੋਕਾਂ 'ਚ ਬਣੀ ਆ। ਇਹਦੀ ਵੋਟ ਜਿਹੜੀ ਆ ਉਹ ਖਾਸ ਕਰਕੇ ਜਿਹੜੀ ਅਨੁਸੂਚਿਤ ਜਾਤੀ ਦੀ ਵੋਟ ਆ ਉਹ ਇਹਦੇ ਵੱਲ ਨੂੰ ਟਿਲਟ ਹੋਈ ਆ। ਪਰ ਉਹਦਾ ਨਤੀਜਾ ਕੋਈ ਤਾਂ ਹੀ ਨਿਕਲੇਗਾ ਜੇ ਦੂਜੇ ਮਸਲੇ ਵੀ ਜਿਹੜੇ ਆ ਉਹ ਹੱਲ ਹੋਣਗੇ। ਤੇ ਆਖੇ ਕੋ ਨਾ ਚੱਲੀ ਬਾਬਾ ਤੇ ਆਈ, ਅਜੇ ਤਾਂ ਜੁਮਾ ਅਜੇ ਮੰਤਰੀ ਮੰਡਲ ਹੀ ਬਣਿਆ ਆ। ਮੰਤਰੀ ਮੰਡਲ ਬਣਾ ਕੇ ਮਹਿਕਮੇ ਵੀ ਅਜੇ ਵੰਡੇ ਹੀ ਆ, ਉਹਨਾਂ ਨੇ ਕੰਮ ਵੀ ਨਹੀਂ ਸ਼ੁਰੂ ਕੀਤਾ। ਤੇ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਸ਼ੁਰੂ ਹੋ ਗਈਆਂ। ਤੇ ਸਿੱਧੂ ਭਾਵੇਂ ਕਿਤੇ ਵੀ ਹੋਵੇ ਉਹ ਚਰਚਾ ਦੇ ਵਿੱਚ ਇਸ ਕਰਕੇ ਰਹਿੰਦਾ ਆ ਕਿ ਉਹਦੇ ਪੱਲੇ ਕੁਝ ਹੈਗਾ, ਉਹਦੇ ਪੱਲੇ ਇਮਾਨਦਾਰੀ ਹੈਗੀ ਆ, ਉਹਦੇ ਪੱਲੇ ਇੱਕ ਵਿਜ਼ਨ ਆ ਕਿ ਪੰਜਾਬ ਨੂੰ ਮੈਂ ਦੇਖਣਾ ਚਾਹੁੰਦਾ ਆ। ਤੇ ਆਪਾਂ ਕੋਈ ਸਿੱਧੂ ਦੇ ਵਕੀਲ ਨਹੀਂ ਗੇ, ਅਸੀਂ ਇਹ ਵੀ ਸਮਝਦੇ ਆ ਬਈ ਸਿੱਧੂ ਕਈ ਵਾਰੀ ਕੁਝ ਜਿਹੜੀਆਂ ਠੋਕੋ ਤਾਲੀ ਜਾਂ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਦੇ ਉਹਦੇ ਦੀ ਸਹੁੰ ਦੇ ਵੇਲੇ ਉਹਦੀ ਬਾਹ ਫੜ ਕੇ ਗੱਲ ਕਰਨੀ ਜਾਂ ਮੋਢੇ ਤੇ ਹੱਥ ਰੱਖ ਕੇ ਗੱਲ ਕਰਨੀ, ਜਿਹੜੀ ਕਿ ਹੋਸ਼ੀ ਲੱਗਦੀ ਆ, ਇਹ ਉਹਦਾ ਔਗਣ ਆ, ਇਹ ਉਹਦਾ ਔਗਣ ਹੈਗਾ। ਪਰੰਤੂ ਇਸ ਔਗਣ ਨਾਲ ਉਹਦਾ ਇਮਾਨਦਾਰੀ ਦਾ ਤੇ ਪੰਜਾਬ ਨੂੰ ਇੱਕ ਚੰਗਾ ਪੰਜਾਬ, ਡਿਵੈਲਪਡ ਹੁੰਦਾ ਪੰਜਾਬ, ਇੱਕ ਵਿਕਾਸ ਕਰਦਾ ਪੰਜਾਬ ਵੇਖਣ ਦਾ ਜਿਹੜਾ ਉਹਦਾ ਸੁਪਨਾ ਆ, ਉਹ ਇਹਦੇ ਨਾਲ ਕੋਈ ਮੈਲਾ ਜਾਂ ਗੰਧਲਾ ਨਹੀਂ ਹੁੰਦਾ। ਜੀ ਬਿਲਕੁਲ, ਬਹੁਤ ਵਧੀਆ ਵਿਸ਼ਲੇਸ਼ਣ ਤੁਸੀਂ ਦਿੱਤਾ ਸਿੱਧੂ ਹੋਰਾਂ ਦੇ ਜਿਹੜਾ ਵਿਵਹਾਰ ਆ ਉਹਦੇ ਉੱਤੇ ਪੂਰੇ ਦਾ ਪੂਰਾ। ਔਰ ਕੁਝ ਕੁ ਗੱਲਾਂ 'ਚੋਂ ਗੱਲਾਂ ਹੁੰਦੀਆਂ, ਆਪਾਂ ਕੁਝ ਇੱਕ ਮਿਨਿਸਟਰੀ ਬਾਰੇ ਵੀ ਗੱਲਾਂ ਕਰਨੀਆਂ ਨੇ, ਸਮਾਂ ਅੱਧਾ ਕੁ ਨਿਕਲ ਗਿਆ। ਪਰ ਮੈਨੂੰ ਤੁਹਾਡੀ ਇੱਕ ਗੱਲ ਜਿਹੜੀ ਆ ਉਹਦੇ ਨਾਲ ਬਹੁਤੀ ਸਹਿਮਤੀ ਨਹੀਂ ਆ, ਜਿਹੜੀ ਤੁਸੀਂ ਸ਼ੁਰੂ 'ਚ ਕਿਹਾ ਕਿ ਜਿਹੜਾ ਦੌਰ ਸੀਗਾ ਸਾਧੂ ਸਿੰਘ ਮਦਰਦ ਵਾਲਾ, ਅਮਰ ਸਿੰਘ ਦਸਾਂਝ ਵਾਲਾ, ਜਦੋਂ ਕੱਲਾ ਪ੍ਰਿੰਟ ਮੀਡੀਆ ਹੀ ਸਾਡਾ ਇਨਫੋਰਮੇਸ਼ਨ ਦਾ ਸਰੋਤ ਹੁੰਦਾ ਸੀਗਾ, ਠੀਕ ਹੈ, ਉਦੋਂ ਸਮਾਂ ਕੁਝ ਹੋਰ ਸੀਗਾ। ਪਰ ਜਿਹੜੀ ਪ੍ਰੈਸ ਜਲੰਧਰ ਵਾਲੀ ਆ, ਮੈਂ ਜਦੋਂ ਦੀ ਉਹ ਸੰਭਾਲੀ ਆ ਉਦੋਂ ਤੋਂ ਹੀ ਉੱਤੇ ਕਿੰਤੂ ਪਰੰਤੂ ਅਸੀਂ ਸੁਣਦੇ ਆਏ। ਉਸ ਤੋਂ ਵੀ ਪਹਿਲਾਂ ਕਹਿੰਦੇ ਆ ਕਿ 47 ਦੀ ਵੰਡ ਵੇਲੇ ਵੀ ਜਿਹੜੀਆਂ ਅਖਬਾਰਾਂ ਉਦੋਂ ਉਰਦੂ 'ਚ ਨਿਕਲਦੀਆਂ ਸੀ, ਭਾਵੇਂ ਉਹ ਕਿਤੇ ਹੋਰ ਥਾਂ ਤੋਂ ਨਿਕਲਦੀਆਂ ਸੀ, ਜਿਹਨੂੰ ਮਹਾਸ਼ਾ ਪ੍ਰੈਸ ਕਿਹਾ ਗਿਆ ਜਾਂ ਆਰੀਆ ਸਮਾਜੀਆਂ ਦੀ ਪ੍ਰੈਸ ਕਿਹਾ ਗਿਆ, ਉਹਨਾਂ ਨੇ
ਜਿਹੜਾ ਬੜਾ ਵੱਡਾ ਰੋਲ ਅਦਾ ਕੀਤਾ ਸੀ ਨਫ਼ਰਤ ਪੈਦਾ ਕਰਨ ਲਈ ਮੁਸਲਮਾਨ ਤੇ ਬਾਕੀ ਕਮਿਊਨਿਟੀ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਕਾਲੇ ਦੌਰ ਦੇ ਵੇਲੇ ਵੀ ਆਪਾਂ ਦੇਖਦੇ ਆਏ ਆ ਕਤਲੋ ਗਾਰਤ ਵੀ ਹੋਈ, ਕਈ ਪੱਤਰਕਾਰ ਵੀ ਮਾਰੇ ਗਏ ਉਸ ਦੌਰ 'ਚ। ਉਹਦੇ ਪਿੱਛੇ ਵੀ ਵਜ੍ਹਾ ਇਹੋ ਸੀ ਕਿ ਜਿਹੜਾ ਜ਼ਹਿਰ ਉਗਲਣਾ ਸੀਗਾ ਉਹ ਪੱਤਰਕਾਰਾਂ ਨੇ ਆਪਣਾ ਉਦੋਂ ਵੀ ਰੱਖਿਆ ਹੋਇਆ ਸੀਗਾ। ਇੰਨਾ ਮਤਲਬ ਸਮੂਥ ਪੱਤਰਕਾਰੀ ਸ਼ਾਇਦ ਉਦੋਂ ਵੀ ਨਹੀਂ ਸੀ, ਉਦੋਂ ਇੰਨੀ ਰੜਕਦੀ ਨਹੀਂ ਸੀ ਜਿੰਨੀ ਹੁਣ ਰੜਕਦੀ, ਕਿਉਂਕਿ ਹੁਣ ਇਨਫੋਰਮੇਸ਼ਨ ਤੁਰੰਤ ਪਹੁੰਚਦੀ ਆ। ਉਦੋਂ ਇਨਫੋਰਮੇਸ਼ਨ ਪਹੁੰਚਦੀ ਸੀ ਦੂਜੇ ਤੀਜੇ ਦਿਨ, ਕਈ ਵਾਰ ਤੇ ਡਾਕ ਰਾਹੀਂ ਅਖਬਾਰ ਤੀਜੇ ਦਿਨ ਪਿੰਡ 'ਚ ਪਹੁੰਚਦੀ ਸੀਗੀ। ਤੇ ਹੁਣ ਜਿਹੜੀ ਆ ਬੜੀ ਤੇਜ਼ੀ ਨਾਲ ਵਿਕਾਸ ਹੋਇਆ ਇਹਦੇ ਵਿੱਚ, ਇਸ ਕਰਕੇ ਸਾਨੂੰ ਕੋਈ ਚੀਜ਼ਾਂ ਲੱਗਦੀਆਂ ਨੇ। ਤੇ ਜਿਹੜਾ ਬਲੈਕਮੇਲਿੰਗ ਦਾ ਸਿਸਟਮ ਹੈ ਨਾ ਜੀ, ਉਹਦੇ ਮੈਂ ਤੁਹਾਨੂੰ ਸਾਹ ਵੀ ਦਵਾ ਦਾਂ ਥੋੜਾ ਜਿਹਾ, ਮੈਂ ਵੀ ਬੋਲਦਾ ਕਿ ਤੁਸੀਂ ਲਗਾਤਾਰ ਬੋਲ ਰਹੇ ਹੋ। ਤੇ ਉਹਦਾ ਆਪਾਂ ਬੜੇ ਲੰਬੇ ਸਮੇਂ ਤੋਂ ਵੇਖਦੇ ਆ। ਮੈਨੂੰ ਯਾਦ ਹੈ 1999 ਚ ਜਦੋਂ ਇੱਕ ਪੰਜਾਬ ਸਰਕਾਰ ਕੋਲੋਂ ਪ੍ਰੋਜੈਕਟ ਆਇਆ ਸੀਗਾ, ਬੜਾ ਵੱਡਾ ਹੈਲਥ ਕਾਰਪੋਰੇਸ਼ਨ ਬਣਾਈ ਗਈ ਸੀਗੀ ਤੇ 450 ਕਰੋੜ ਦਾ ਪ੍ਰੋਜੈਕਟ ਵਾ, ਵੱਡਾ ਗਿਣਿਆ ਜਾਂਦਾ ਸੀ ਉਦੋਂ। ਤੇ ਉਦੋਂ ਪੰਜਾਂ ਪਿਆਰਾਂ ਦੇ ਨਾਂ ਤੇ ਹਸਪਤਾਲ ਬਣੇ ਸੀ ਅੰਮ੍ਰਿਤਸਰ ਦੇ ਵਿੱਚ, 5 ਸੈਟੇਲਾਈਟ ਹਸਪੀਟਲ ਉਹਨਾਂ ਨੂੰ ਕਿਹਾ ਜਾਂਦਾ ਸੀ। ਉਹਨਾਂ 'ਚ 2 ਦੀ ਜ਼ਿੰਮੇਵਾਰੀ ਮੇਰੀ ਵੀ ਸੀਗੀ। ਤੇ ਮੇਰੇ ਇੱਕ ਸਾਥੀ ਕੋਲ ਜਿੱਧਰ ਭਗਤਾਂ ਵਾਲੇ ਮੰਡੀ ਹੈ ਨਾ, ਉੱਥੇ ਸਕੱਤਰੀ ਬਾਗ ਦੇ ਉਹਨੂੰ ਕਹਿੰਦੇ ਹਸਪੀਟਲ, ਉੱਥੇ ਹਸਪੀਟਲ ਬਣ ਰਿਹਾ ਸੀ। ਤੇ ਇੱਕ ਵਿਅਕਤੀ GTV ਦਾ ਆਪਣੇ ਕੈਮਰੇ ਦੇ ਅੱਗੇ ਲਾ ਕੇ ਤੇ ਉੱਥੇ ਮਜ਼ਦੂਰ ਨੂੰ ਪੁੱਛਦਾ ਜਾ ਕੇ ਕਿਤਨੀ ਰੇਤਾ डाली है, कितना सीमेंट डाला है। ਉਹ ਮਜ਼ਦੂਰ ਵਿਚਾਰੇ ਨੂੰ ਕੁਝ ਪਤਾ ਨਹੀਂ ਹੁੰਦਾ, ਉਹਨੂੰ ਤਾਂ ਜਰਾ ਜਿੱਦਾਂ ਗਿਣਤੀ ਪਿੱਛੋਂ ਆ ਰਹੀ ਹੈ ਕਰ ਰਿਹਾ ਸੀ। ਉਹ ਊਟ ਪਟਾਂਗ ਕਰਕੇ ਤੇ ਉਹਨੇ ਬਲੈਕਮੇਲਿੰਗ ਸ਼ੁਰੂ ਕਰਤੀ ਸਾਡੇ ਡਿਪਾਰਟਮੈਂਟ 'ਚ। ਤੇ ਉਹ ਸਾਡੇ ਉਦੋਂ ਸੋਢੀ ਹੁੰਦੇ ਸੀ ਮਿਸਟਰ ਜਸਕਰਨ ਸਿੰਘ ਸੋਢੀ, ਸਾਡੇ SC। ਉਹ ਕਾਫੀ ਪਰੇਸ਼ਾਨ ਰਹੇ ਔਰ ਉਹਨਾਂ ਲੋਕਾਂ ਨੇ ਕੁਝ ਇੱਕ ਉਸ ਬੰਦੇ ਨਹੀਂ ਆ ਮੰਗਾਂ ਪੂਰੀਆਂ ਵੀ ਕੀਤੀਆਂ। ਮੈਨੂੰ ਪਤਾ ਲੱਗਿਆ ਬਾਅਦ 'ਚ ਕਿ 10 ਤੋਂ 15,000 ਰੁਪਈਆ ਉਹ ਵੱਖ-ਵੱਖ ਤਰੀਕਿਆਂ ਨਾਲ ਅਫਸਰਾਂ ਕੋਲ ਠੱਗ ਕੇ ਵੀ ਲੈ ਗਿਆ। ਤੇ ਉਹ ਖਹਿੜਾ ਨਹੀਂ ਸੀ ਛੱਡ ਰਿਹਾ, ਬਾਰ-ਬਾਰ ਬਲੈਕਮੇਲ ਕਰ ਰਿਹਾ ਸੀ, ਉਹਦੀ ਮੁੱਕ ਨਹੀਂ ਸੀ ਰਹੀ। ਤੇ ਉਹ ਮੈਂ ਕਿਉਂਕਿ ਥੋੜਾ ਬਹੁਤਾ ਇਸ ਪਾਸੇ ਇਨਵੋਲਵ ਰਹਿੰਦਾ ਸੀ ਤੇ ਪਤਾ ਸੀ ਸੋਢੀ ਸਾਹਿਬ ਨੂੰ। ਮੈਨੂੰ ਕਹਿੰਦੇ ਯਾਰ ਇੱਕ ਬੰਦਾ ਬਦਮਾਸ਼ੀ ਕਰ ਰਿਹਾ ਆਪਣੇ ਨਾਲ, ਉਹਦਾ ਕੁਝ ਕੀਤਾ ਜਾ ਸਕਦਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕੌਣ ਹੈ, ਕਿਸ ਤਰ੍ਹਾਂ? ਉਹ ਪਤਾ ਲੱਗਿਆ ਜਦੋਂ ਮੈਨੂੰ, ਤੇ ਮੈਂ ਆਪਣੇ ਪੱਤਰਕਾਰ ਦੋਸਤਾਂ ਨੂੰ, ਮਨਮੋਹਨ ਢਿੱਲੋਂ ਹੋਰੀ ਨੇ, ਤੁਸੀਂ ਜਾਣਦੇ ਉਹਨਾਂ ਨੂੰ, ਤੇ ਇੱਕ ਪੱਟੀ ਸਾਹਿਬ ਨੇ, ਉਹ ਮੇਰੇ ਚੰਗੇ ਮਿੱਤਰ ਸੀ। ਮੈਂ ਉਹਨਾਂ ਨੂੰ ਕਿਹਾ ਯਾਰ ਤੁਹਾਡੇ ਪੱਤਰਕਾਰੀ 'ਚੋਂ ਕੋਈ ਬੰਦਾ ਇਦਾਂ ਦਾ ਕੰਮ ਕਰ ਰਿਹਾ। ਉਹ ਕਹਿੰਦੇ ਸਾਨੂੰ ਉਹਦਾ ਪਤਾ ਦੱਸੋ ਕੌਣ ਆ। ਅੱਛਾ ਜੀ, ਉਹ ਬੰਦੇ ਦੀ ਅਸੀਂ ਪੈੜ ਨੱਪ ਕੇ, ਤਿਲਕਰਾਜ ਨਾਂ ਦਾ ਉਹ ਬੰਦਾ ਸੀਗਾ, RMP ਦੀ ਸ਼ਾਪ ਕਰਦਾ ਸੀ ਨਾਲ, ਤੇ ਡਾਕਟਰ ਲਿਖਦਾ ਸੀ ਆਪਣੇ ਆਪ ਨੂੰ, ਤੇ ਬੜਾ ਵੱਡਾ ਬਲੈਕਮੇਲਰ। ਜਦੋਂ ਅਸੀਂ ਉਹਦੀਆਂ ਤਹਿ ਫਰੋਲੀਆਂ ਤੇ ਉਹਨੇ ਪਤਾ ਨਹੀਂ ਅੰਮ੍ਰਿਤਸਰ 'ਚ ਕਿੰਨੇ ਕੁ ਲੋਕਾਂ ਨੂੰ ਲੁੱਟਿਆ ਸੀਗਾ। ਅਸੀਂ ਉਹਦੀ ਉਹ ਪੈੜ ਨੱਪੀ ਤੇ ਉਹਦੀ ਉਹ ਭੰਬੀਰੀ ਕਮਾਈ ਕਿ ਉੱਪਰ ਉਹਨੂੰ ਅਦਾਰੇ 'ਚੋਂ ਬਾਹਰ ਦਾ ਰਸਤਾ ਦਿਖਾ ਕੇ ਮੇਰੇ ਦੋਸਤਾਂ ਨੇ ਸਾਹ ਲਿਆ। ਤੇ ਫਿਰ ਵੀ ਉਹ ਮੇਰੇ ਨਾਲ ਨਾਰਾਜ਼ ਰਹੇ ਕਿ ਤੁਸੀਂ ਪੈਰ ਪਿੱਛੇ ਖਿੱਚ ਰਹੇ, ਕਿਉਂਕਿ ਮੇਰੇ ਸੀਨੀਅਰ ਅਫਸਰ ਕਹਿੰਦੇ ਸੀ ਨਹੀਂ ਇੰਨਾ ਕੁ ਕਾਫੀ, ਆਪਾਂ ਇਸ ਤੋਂ ਅੱਗੇ ਨਹੀਂ ਜਾਣਾ, ਕਿਉਂਕਿ ਆਪਣੀ ਵੀ ਬਦਨਾਮੀ ਹੁੰਦੀ ਆ। ਯਾਨੀ ਕਿ ਇਹ ਧੰਦੇ ਚੱਲਦੇ ਆ ਥੜੇ ਲੈਵਲ ਤੇ ਸਾਰੇ ਜਗ੍ਹਾ। ਮੈਂ ਜਿਹੜੀ ਗਿੱਲ ਸਾਹਿਬ ਜਿਹੜੀ ਗੱਲ ਕੀਤੀ ਆ ਨਾ, ਮੈਂ ਉਹਦੇ ਤੇ ਅਜੇ ਵੀ ਕਾਇਮ ਆ, ਕਿਉਂਕਿ ਉਹਦੇ ਵਿੱਚ ਇਸ ਕਿਸਮ ਦੀਆਂ ਧਾਂਦਲੀਆਂ ਜਿਹੜੀਆਂ ਆ ਨਾ, ਉਹ ਇੰਨੀਆਂ ਇਸ ਪੱਧਰ ਤੇ ਨਹੀਂ ਹੁੰਦੀਆਂ ਸੀਗੀਆਂ। ਮੈਂ ਇਹ ਨਹੀਂ ਕਹਿੰਦਾ ਜਿਹੜੀ ਤੁਸੀਂ ਉਹ ਕਮਿਊਨਲਿਜ਼ਮ ਵਾਲੀ ਗੱਲ ਕਰਦੇ ਆ ਨਾ, ਉਹ ਦਰੁਸਤ ਹੈਗੀ ਆ। ਮੈਂ ਇੱਕ ਦੂਜਾ ਪੱਖ ਇਹ ਕਰਦਾ ਹਾਂ ਕਿ ਪੱਤਰਕਾਰੀ ਦਾ ਕੁਝ ਫਿਰ ਵੀ ਮਿਆਰ ਸੀਗਾ, ਉਹਦੇ ਵਿੱਚ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਸੀਗੀਆਂ। ਕੋਈ ਪੱਤਰਕਾਰ ਫੀਲਡ ਦੇ ਵਿੱਚੋਂ ਜਦੋਂ ਕੋਈ ਖਬਰ ਭੇਜਦਾ ਸੀਗਾ ਤੇ ਕੋਈ ਬੰਦਾ ਜਾ ਕੇ ਮਾਲਕ ਨੂੰ ਕਹਿ ਕੇ ਖਬਰ ਰੁਕਵਾ ਨਹੀਂ ਸਕਦਾ, ਕਿਉਂਕਿ ਮਾਲਕ ਇਹ ਕਹਿੰਦਾ ਸੀਗਾ ਕਿ ਜੋ ਮੇਰੇ ਪੱਤਰਕਾਰ ਨੇ ਭੇਜਿਆ ਆ ਉਹ ਖਬਰ ਲੱਗ ਜੇਗੀ, ਤੁਸੀਂ ਜੇ ਕੰਟਰਾਡਿਕਟ ਕਰਨਾ ਹੋਊਗਾ ਤਾਂ ਬੇਸ਼ੱਕ ਕਰ ਲਿਓ। ਪਰੰਤੂ ਹੁਣ ਹਾਲਤ ਇਹ ਹੈਗੀ ਆ ਕਿ ਜਿਹੜੇ ਫੀਲਡ ਵਾਲੇ ਪੱਤਰਕਾਰ ਹੈਗੇ ਆ, ਉਹਨਾਂ ਦੀ ਸਾਰੀ ਖਬਰ ਜਿਹੜੀ ਆ ਉਹ ਬਦਲ ਵੀ ਦਿੱਤੀ ਜਾਂਦੀ ਆ ਤੇ ਦਬਾਅ ਵੀ ਦਿੱਤੀ ਜਾਂਦੀ ਆ। ਸੋ ਮੈਂ ਇਸ ਨੁਕਤਾ ਨਿਗਾਹ ਤੋਂ ਗੱਲ ਕੀਤੀ ਸੀਗੀ। ਗੱਲ ਹੋਰ ਪਾਸੇ ਨੂੰ ਚੱਲ ਗਈ। ਚਲੋ, ਮੀਡੀਆ ਦੀ ਗੱਲ ਚੱਲਦੀ ਸੀਗੀ ਨਾ, ਭਈ ਮੀਡੀਆ ਜਿਹੜਾ ਕਿਉਂ ਆ ਹੌਲਾ ਹੋ ਗਿਆ, ਮੀਡੀਆ ਦੇ ਵਿੱਚ ਵੀ ਹੋਸ਼ਾਪੁਣਾ ਆ ਗਿਆ, ਮੀਡੀਆ ਦੇ ਵਿੱਚ ਲਾਲਚ ਆ ਗਏ। ਮੇਰਾ ਮਕਸਦ ਇੰਨਾ ਸੀਗਾ। ਬਾਕੀ ਜਿਹੜੀ ਤੁਸੀਂ ਪ੍ਰੈਸਾਂ ਦੀ ਗੱਲ ਕਰਦੇ ਹੋ ਨਾ ਕਿ ਉਹ ਕਿਸ ਕਿਸਮ ਦੇ ਵਿਚਾਰ ਸੀਗੇ, ਕਿਸ ਕਿਸਮ ਦਾ ਜ਼ਹਿਰ ਸੀਗਾ, ਉਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਆ। ਮੈਂ ਕੇਵਲ ਤੇ ਕੇਵਲ ਉਸ ਵੇਲੇ ਦੇ ਆਮ ਪੱਧਰ ਦੀ ਤੇ ਹੁਣ ਦੀ ਗੱਲ ਕਰ ਰਿਹਾ ਹਾਂ। ਬਿਲਕੁਲ। ਔਰ ਜਿੱਦਾਂ ਤੁਸੀਂ ਦੱਸਿਆ ਵੀ ਉਹ RMP ਦੀ ਛਾਪ ਕਰਦਾ ਸੀਗਾ, ਉਹ ਤਾਂ ਫਿਰ ਵੀ ਕਿਤੇ ਦੁਕਾਨ ਹੋਊਗੀ ਉਹਦੀ। ਤੇ ਹੁਣ ਤੇ ਜਿਹੜੇ ਮੱਝਾਂ ਮਤਲਬ ਦੇ ਵਪਾਰੀ ਆ ਉਹ ਵੀ ਪੱਤਰਕਾਰ ਬਣੇ ਆ। ਇੱਕ ਮਾਲਕ ਕੋਲ ਆਇਆ ਬੰਦਾ ਵੀ ਮੈਨੂੰ ਜੀ ਪੱਤਰਕਾਰ ਰੱਖ ਲਓ। ਉਹਨੂੰ ਕਹਿੰਦੇ ਵੀ ਚੱਲ ਪੱਤਰਕਾਰ ਤੈਨੂੰ ਰੱਖਦੇ ਆ, ਵਿਚਾਰ ਕਰਦੇ ਆ। ਤੇ
ਤੂੰ ਅਦਰਵਾਈਜ਼ ਕੀ ਕਰਦਾ? ਕਹਿੰਦਾ ਜੀ ਮੈਂ ਮੱਝਾਂ ਦਾ ਵਪਾਰੀ ਹਾਂ। ਅੱਛਾ। ਤੇ ਉਹਨੂੰ ਵੀ ਕਾਰਡ ਮਿਲ ਗਿਆ। ਮੇਰਾ ਹਾਂ। ਮਤਲਬ ਕਹਿਣ ਦਾ ਇਹ ਆ, ਯਾਨੀ ਮੈਂ ਕੰਪੇਅਰ ਕਰ ਰਿਹਾ ਸੀਗਾ ਕਿ ਜਿਹੜਾ ਜਿਹੜਾ ਸਾਡਾ ਹੁਣ ਮੀਡੀਆ ਹੋਸ਼ਾ ਹੋ ਗਿਆ ਜਾਂ ਵਿਕਾਊ ਹੋ ਗਿਆ ਬਹੁਤਾ, ਉਹ ਅਜੇ ਵੀ ਕੁਛ ਹੈਗੇ ਆ, ਕੁਝ ਅਖਬਾਰ ਵੀ ਹੈਗੇ, ਕੁਝ ਪੱਤਰਕਾਰ ਵੀ ਹੈਗੇ ਆ, ਕੋਈ ਹਰਿਆ ਬੂਟ ਰਹਿ ਰਹੀ ਦੇ ਮੁਤਾਬਕ। ਸੋ ਮੇਰਾ ਮਕਸਦ ਇੰਨਾ ਕੁ ਸੀਗਾ। ਤੇ ਬਾਕੀ ਸਿੱਧੂ ਦੇ ਕੰਟੈਕਸਟ ਦੇ ਵਿੱਚ, ਕਿਉਂਕਿ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਸੀਗੀ, ਇਹ ਗੱਲ ਤਾਂ ਵਿੱਚ ਆ ਗਈ ਸੀਗੀ ਜੀ ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ, ਨਹੀਂ ਮੈਂ ਤੁਹਾਨੂੰ ਮਤਲਬ ਕੰਟਰਡਿਕਟ ਨਹੀਂ ਕਰ ਰਿਹਾ, ਪਰ ਮੈਂ ਤੁਹਾਨੂੰ ਯਾਦ ਕਰਾ ਰਿਹਾ ਕਿ ਦੌਰ ਭਾਵੇਂ ਕੋਈ ਵੀ ਹੋਵੇ, ਸਮਾਂ ਬਦਲਦਾ ਆ। ਵੈਸੇ ਆਪਾਂ ਬੀਤੇ ਨੂੰ ਹਮੇਸ਼ਾ ਹੀ ਆਪਾਂ ਵੀ ਕਹਿੰਦੇ ਆ, ਸਾਡੇ ਵੱਡੇ ਵਡੇਰੇ ਕਹਿੰਦੇ ਹੁੰਦੇ ਸੀ ਬਾਹਰ ਵਾਲਾ ਸਮਾਂ ਨਹੀਂ ਮੁੜ ਕੇ ਆਉਣਾ, ਪਾਰਟੀਸ਼ਨ ਤੋਂ ਪਹਿਲਾਂ ਦੀਆਂ ਜੋ ਗੱਲਾਂ ਸੁਣਾਉਂਦੇ ਲੱਗਦਾ ਸੀ ਕਿ ਉਹ ਸਵਰਗ ਸੀਗਾ। ਤੇ ਉਸ ਸਮੇਂ ਵੀ ਲੋਕ ਕਈ ਚੀਜ਼ਾਂ ਤੇ ਮਤਲਬ ਆਪਾਂ ਨੂੰ ਆਰਥਿਕ ਤੰਗੀਆਂ ਦੁਸ਼ਵਾਰੀਆਂ ਨਾਲ ਜੂਝਦੇ ਸੀਗੇ। ਉਸ ਸਮੇਂ ਸਾਇੰਸ ਦੀ ਤਰੱਕੀ ਨਹੀਂ ਸੀਗੀ, ਇੰਨਾ ਜੇਠ ਹਾੜ ਦੀਆਂ ਧੁੱਪਾਂ ਦੇ ਸਤਾਏ ਲੋਕ ਕਹਿੰਦੇ ਉਦੋਂ ਜੋਗੀ ਹੋ ਜਾਂਦੇ, ਸਾਧ ਹੋ ਜਾਂਦੇ ਸੀ, ਖੇਤੀ ਛੱਡ ਕੇ ਭੱਜ ਜਾਂਦੇ ਸੀ। ਮਤਲਬ ਬਹੁਤ ਚੀਜ਼ਾਂ ਉਸ ਸਮੇਂ ਵੀ ਇਸ ਤਰ੍ਹਾਂ ਦੇ ਮੌਕੇ ਸੀਗੇ। ਪਰ ਕਿਉਂਕਿ ਜਿਹੜਾ ਸਮਾਂ ਬੀਤ ਜਾਂਦਾ, ਸਾਨੂੰ ਲੱਗਦਾ ਕਿ ਉਹ ਬੜਾ ਵਧੀਆ ਸਮਾਂ ਸੀਗਾ। ਹੁਣ ਉਹ ਸਮਾਂ ਮੁੜ ਨਹੀਂ ਆਉਣਾ, ਕਿਉਂਕਿ ਜਿਹੜੇ ਦੌਰ 'ਚ ਆਪਾਂ ਲੰਘ ਰਹੇ ਹੁੰਦੇ ਆ, ਉਹ ਸਮਾਂ ਹੀ ਸਾਨੂੰ ਯਾਦ ਦਿਲਾ ਰਿਹਾ ਹੁੰਦਾ ਕਿ ਅਸੀਂ ਕਿਹੜੇ ਮੁਸ਼ਕਲਾਂ ਨੂੰ ਫੇਸ ਕਰ ਰਹੇ ਆ। ਪੁਰਾਣੀਆਂ ਮੁਸ਼ਕਲਾਂ ਹੀ ਕੱਲ ਰਾਤ ਵਾਲੀਆਂ ਭੁੱਲ ਜਾਂਦੇ ਆ, ਅਗਲੇ ਦਿਨ ਦੀ ਜਿਹੜੀ ਮੁਸ਼ਕਲ ਸਾਹਮਣੇ ਖੜੀ ਹੁੰਦੀ ਆ ਉਹਦੇ ਵੱਲ ਝਾਕਣ ਲੱਗਦੇ ਆ। ਇਸ ਕਰਕੇ ਸਾਨੂੰ ਬੀਤਿਆ ਸਮਾਂ ਲੱਗਦਾ ਚੰਗਾ। ਅੱਛਾ, ਹੁਣ ਥੋੜੀ ਜਿਹੀ ਆਪਾਂ ਕਰੀਏ ਕਾਲੋ ਸਾਹਿਬ ਮਿਨਿਸਟਰੀ ਵਾਲੀ ਗੱਲ। ਬਹੁਤ ਵਧੀਆ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਨੇ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਆ ਕਿ ਪੰਜਾਬ ਦੇ 117 MLA ਚੁਣੇ ਜਾਂਦੇ ਆ, ਤੇ ਉਹਦੇ ਚੋਂ ਜਿਹੜੀ ਰੈਜ਼ਰਵੇਸ਼ਨ ਆ ਕੋਈ 15% ਸ਼ਾਇਦ ਹੁੰਦੀ ਆ ਕਿ ਜਿਹਦੇ ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ। ਹਾਲਾਂ ਪਿਛਲੀਆਂ ਸਰਕਾਰਾਂ ਨੇ ਉਹ ਆਪਣੇ ਪਾਰਲੀਮੈਂਟਰੀ ਸੈਕਟਰੀ ਵਗੈਰਾ ਲਾ ਕੇ ਕੋਸ਼ਿਸ਼ ਕੀਤੀ, ਕੋਟਾ ਨੇ ਬੰਦ ਵੀ ਕੀਤੇ, ਕਈ ਕੁਝ ਹੋਇਆ। ਤੇ ਹੁਣ ਵੀ ਮੰਤਰੀ ਜਿਹੜੇ ਆ ਉਹ 15 ਤੋਂ 16 17 ਤੋਂ ਵੱਧ ਸ਼ਾਇਦ ਨਹੀਂ ਬਣ ਸਕਦੇ। ਤੇ ਮੈਂ ਲਿਸਟ ਵੇਖ ਰਿਹਾ ਸੀ ਅੱਜ ਕਿ ਜਿਹੜੇ ਮਹਿਕਮੇ ਆ, ਮੈਨੂੰ ਐਂ ਲੱਗਦਾ ਕਿ ਮਹਿਕਮੇ ਹੀ ਆਪੇ ਇਹਨਾਂ ਨੇ ਸਪਲਿਟ ਕਰਤੇ ਆ। ਮੈਂ ਗਿਣ ਰਿਹਾ ਸੀ ਇਸ ਵੇਲੇ 61 ਜਿਹੜੇ ਆ ਵੱਖਰੇ ਵੱਖਰੇ ਮਹਿਕਮੇ, 61 ਮਹਿਕਮੇ ਡਿਸਟ੍ਰੀਬਿਊਟ ਕੀਤੇ ਆ ਮੰਤਰੀਆਂ 'ਚ, ਜਿਨ੍ਹਾਂ ਚੋਂ 14 ਫਿਲਹਾਲ ਚੰਨੀ ਸਾਹਿਬ ਕੋਲ ਕੱਲਿਆਂ ਕੋਲ ਹੀ ਨੇ। ਤੇ ਮੇਰੇ ਕੋਲ ਸਾਰਿਆਂ ਦੀ ਲਿਸਟ ਹੈ ਕਿ ਕਿਹਦੇ ਕੋਲ ਕਿੰਨੇ ਮਹਿਕਮੇ ਨੇ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਕ ਵਿਅਕਤੀ 14 ਮਹਿਕਮਿਆਂ ਨਾਲ ਜਾਂ 5 ਮਹਿਕਮਿਆਂ ਨਾਲ ਕਿੱਦਾਂ ਇਨਸਾਫ ਕਰ ਸਕਦਾ। ਤੇ ਕੀ ਇਹ ਮਹਿਕਮੇ ਐਗਜ਼ਿਸਟ ਵੀ ਕਰਦੇ ਆ ਕਿ ਇਹਨਾਂ ਦੇ ਨਾਂ ਹੀ ਆ? 61 ਮਹਿਕਮੇ ਜੇ ਕੋਈ ਕਵੇ ਮੂੰਹ ਜ਼ਬਾਨੀ ਗਿਣਾ ਦਿਓ ਪੰਜਾਬ ਦੇ, ਤੇ ਬੜਾ ਅਜੀਬ ਲੱਗੂਗਾ ਕਿਹੜੇ ਕਿਹੜੇ ਮਹਿਕਮੇ ਨੇ। ਪਾਣੀ ਵਾਲੇ ਜਲ ਸਰੋਤਾਂ ਦੇ 4-5 ਮਹਿਕਮੇ ਮੈਨੂੰ ਦਿਖ ਰਹੇ ਨੇ, ਹੋਰ ਕਈ ਮਹਿਕਮੇ ਨੇ ਜਿਹੜੇ ਨਾਂ ਹੀ ਨਹੀਂ ਕਦੀ ਸੁਣੇ ਅਸੀਂ। ਦੇਖੋ, ਜਿਹੜੀ ਮਹਿਕਮਿਆਂ ਦੀ ਵੰਡ ਦੀ ਤੁਸੀਂ ਗੱਲ ਕੀਤੀ ਆ ਨਾ, ਇੱਕ ਗੱਲ ਜਿਹੜੀ ਆ ਉਹ ਨਵੀਂ ਹੋਈ ਇਸ ਮਿਨਿਸਟਰੀ ਦੇ ਵਿੱਚ, ਜਿਹੜਾ ਹੋਮ ਡਿਪਾਰਟਮੈਂਟ ਆ ਨਾ, ਇਹ ਆਮ ਤੌਰ ਤੇ ਅੱਜ ਤੱਕ ਮੁੱਖ ਮੰਤਰੀ ਕੋਲ ਰਹਿੰਦਾ ਰਿਹਾ ਜੀ। ਮੈਨੂੰ ਨਹੀਂ ਕੋਈ ਯਾਦ ਆਉਂਦਾ ਜਦੋਂ ਦੀ ਮੈਨੂੰ ਹੋਸ਼ ਆ। ਨਹੀਂ, ਬਾਦਲ ਵੇਲੇ ਸੁਖਬੀਰ ਬਾਦਲ ਕੋਲ ਸੀਗਾ ਜੀ, ਡਿਪਟੀ ਮੁੱਖ ਮੰਤਰੀ ਕੋ। ਉਹ ਤੇ ਘਰ ਦੀ ਗੱਲ ਸੀ ਨਾ। ਮੈਂ ਕਹਿ ਰਿਹਾ ਵੀ ਸੀਐਮ ਕੋ ਨਹੀਂ ਸੀਗਾ, ਡਿਪਟੀ ਸੀਐਮ ਕੋਲ ਸੀਗਾ ਜੀ। ਆਹੋ, ਤੇ ਮੇਰਾ ਮਤਲਬ ਕਹਿਣ ਦਾ ਇਹ ਵੀ ਇਹ ਜਿਹੜਾ ਹੋਮ ਆਪਣੇ ਸੁਖਜਿੰਦਰ ਸਿੰਘ ਰੰਧਾਵੇ ਹੋਰਾਂ ਨੂੰ ਦਿੱਤਾ ਗਿਆ ਆ, ਇਹਦੇ 'ਚ ਹੁਣ ਕੀ ਰਾਜਨੀਤੀ ਆ ਬਈ? ਕਿਉਂਕਿ ਜਿਹੜਾ ਇਨਸਾਫ ਦਿਵਾਉਣ ਵਾਲੀ ਗੱਲ ਹੈਗੀ ਆ, ਜਿਹੜੀਆਂ ਸਿੱਟ ਬਣਦੀਆਂ ਜਾਂ ਜਿਹੜੀਆਂ ਇਨਕੁਆਇਰੀਆਂ ਹੁੰਦੀਆਂ, ਜਾਂ ਕਹਿ ਲਓ ਵੀ ਸਜ਼ਾਵਾਂ ਕੋਈ ਦੇਣੀਆਂ ਜਾਂ ਬੰਦੇ ਅੰਦਰ ਕਰਨੇ ਆ, ਉਹ ਇਸ ਮਹਿਕਮੇ ਦੇ ਅਧੀਨ ਆਉਂਦਾ ਹੈਗਾ। ਤੇ ਬਾਕੀ ਜਿਹੜੀ ਤੁਸੀਂ ਮਹਿਕਮਿਆਂ ਦੀ ਗੱਲ ਕੀਤੀ ਆ, ਮਹਿਕਮੇ ਵਾਕਿਆ ਹੀ ਤੁਹਾਡੀ ਗੱਲ ਠੀਕ ਹੈਗੀ ਆ। ਕਿ ਮੈਨੂੰ ਯਾਦ ਆ ਬਈ ਜਦੋਂ ਮੈਂ ਜੋਬ 'ਚ ਸੀਗਾ, ਸਾਡਾ ਹਾਇਰ ਐਜੂਕੇਸ਼ਨ ਦਾ ਮਹਿਕਮਾ ਜਿਹੜਾ ਉਹ ਵੱਖਰੇ ਮੰਤਰੀ ਕੋਲ ਸੀਗਾ, ਪ੍ਰਾਇਮਰੀ ਐਜੂਕੇਸ਼ਨ ਵੱਖਰੇ ਕੋਲ ਸੀਗੀ, ਤੇ ਜਿਹੜੀ ਸਕੂਲ ਐਜੂਕੇਸ਼ਨ ਆ ਉਹ ਵੱਖਰੀ ਸੀਗੀ। ਇੱਦਾਂ ਕਰਕੇ ਮਤਲਬ, ਤੇ ਹੁਣ ਭਾਵੇਂ ਚਲੋ ਕੋਆਰਡੀਨੇਸ਼ਨ ਹੋਈ ਹੈਗੀ ਆ, ਜਿੱਦਾਂ ਪ੍ਰਗਟ ਸਿੰਘ ਨੂੰ ਮਹਿਕਮਾ ਦਿੱਤਾ ਗਿਆ, ਸਾਰੀ ਦੀ ਸਾਰੀ ਐਜੂਕੇਸ਼ਨ ਉਹਨਾਂ ਨੂੰ ਦਿੱਤੀ ਗਈ ਆ, ਸਕੂਲ ਐਜੂਕੇਸ਼ਨ ਵੀ ਤੇ ਹਾਇਰ ਐਜੂਕੇਸ਼ਨ ਵੀ, ਤੇ ਨਾਲ ਉਹਨਾਂ ਨੂੰ ਦਿੱਤਾ ਗਿਆ ਹੈਗਾ ਖੇਡ ਵਿਭਾਗ। ਚਲੋ ਇਹ ਗੱਲ ਵਾਜਬ ਆ ਕਿਉਂਕਿ ਉਹ ਖਿਡਾਰੀ ਰਹੇ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੂੰ ਬਣਾਇਆ ਗਿਆ ਮੰਤਰੀ NRI ਮਾਮਲਿਆਂ ਦਾ। ਸੋ ਜਿਹੜੇ ਪਹਿਲੇ ਦੋ ਹੈਗੇ ਆ ਮਹਿਕਮੇ, ਐਜੂਕੇਸ਼ਨ ਤੇ ਸਪੋਰਟਸ, ਇਹਨਾਂ ਦਾ ਤੇ ਆਪਸ ਦੇ ਵਿੱਚ ਕਾਫੀ ਲਿੰਕ ਹੈਗਾ, ਬਿਲਕੁਲ ਜਿਹਨਾਂ ਜੁੜਦੇ ਵੀ ਆ। ਖੇਡਾਂ ਦਾ ਤੇ ਸਿੱਖਿਆ ਦਾ ਮਤਲਬ ਬੜਾ ਸੁਮੇਲ ਆ।
ਤੇ ਚਲੋ ਉਹਨਾਂ ਨੂੰ ਇੱਕ ਇਮਾਨਦਾਰ ਵਿਅਕਤੀ ਸਮਝ ਕੇ ਉਹਨਾਂ ਨੇ NRI ਜਿਹੜੇ ਮਾਮਲੇ ਆ ਉਹਨਾਂ ਦੇ ਵੀ ਮੰਤਰੀ ਬਣਾਤਾ। ਇਹ ਤਾਂ ਜਸਟੀਫਿਕੇਸ਼ਨ ਬਣਦੀ ਆ, ਪਰ ਕਈਆਂ ਨੂੰ ਮਤਲਬ ਇੱਕ ਦੂਜੇ ਨਾਲ ਜੁੜਦੇ ਵੀ ਨਹੀਂਗੇ, ਤੇ ਉਹ ਵੀ ਮਹਿਕਮੇ ਜਿਹੜੇ ਆ ਕਿ ਇਹਨੂੰ ਜਿੱਦਾਂ ਤੁਸੀਂ ਦੱਸਿਆ ਵੀ ਚਲੋ 14 ਤਾਂ ਹੋ ਗਏ ਮੁੱਖ ਮੰਤਰੀ ਕੋਲ, ਤੇ ਬਾਕੀਆਂ ਕੋਲ ਵੀ ਮੋਰ ਦੈਨ 1 ਜਿਹੜੇ ਮਹਿਕਮੇ ਆ ਉਹ ਦਿੱਤੇ ਗਏ ਆ। ਤੇ ਵੇਖਣ ਵਾਲੀ ਗੱਲ ਇਹ ਹੈਗੀ ਆ ਬਈ ਇਹਨਾਂ ਮਹਿਕਮਿਆਂ ਦੀ ਵੰਡ ਦੇ ਵਿੱਚ ਵੀ ਜੋ ਸਿੱਧੂ ਸਾਹਿਬ ਚਾਹੁੰਦੇ ਸੀਗੇ, ਪਹਿਲਾਂ ਤਾਂ ਉਹ ਜਿਹੜੇ ਮੰਤਰੀਆਂ ਦੀ ਬੈਕਗਰਾਉਂਡ ਜਿਹੜੀ ਆ ਉਹ ਟੈਂਟਡ ਸੀਗੀ, ਦਾਗੀ ਸੀਗੀ, ਉਹ ਚਾਹੁੰਦੇ ਸੀ ਵੀ ਮੰਤਰੀ ਨਹੀਂ ਬਣਨੇ ਚਾਹੀਦੇ। ਤੇ ਵੰਡ ਦੇ ਵਿੱਚ, ਮਹਿਕਮਿਆਂ ਦੀ ਵੰਡ ਦੇ ਵਿੱਚ ਵੀ ਉਹਨਾਂ ਦਾ ਇਹ ਵਿਚਾਰ ਸੀਗਾ ਕਿ ਜਿਹੜਾ ਕੋਈ ਕੰਪੀਟੈਂਟ ਹੈਗਾ, ਜਿਹੜਾ ਐਫੀਸ਼ੀਐਂਟ ਆ, ਉਹਨੂੰ ਮਹਿਕਮਾ ਦਿੱਤਾ ਜਾਵੇ। ਸੋ ਇਹ 100 ਦਿਨ ਤੋਂ ਵੀ ਘੱਟ ਸਮਾਂ ਹੈਗਾ, ਇਹਦੇ ਵਿੱਚ ਕਿੰਨੀਆਂ ਕੁ ਤਬਦੀਲੀਆਂ ਹੋ ਸਕਣਗੀਆਂ, ਕਿੰਨੀਆਂ ਕੁ ਨਾ ਹੋ ਸਕਣਗੀਆਂ, ਇਹ ਤਾਂ ਵੇਖਣ ਵਾਲੀ ਗੱਲ ਹੈਗੀ ਆ। ਅਜੇ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਹੀ ਕੰਮ ਬਣ ਗਿਆ। ਆਪਾਂ ਵਿਚਰ ਰਹੇ ਹੈਗੇ ਆ ਜੀ ਸਤੰਬਰ 2021 'ਚ, ਤੇ ਨਿਸ਼ਾਨਾ ਸਾਡਾ ਹੈਗਾ ਕਿ 2022 ਦੇ ਵਿੱਚ ਜੇ ਫਲਾਣਾ ਮੁੱਖ ਮੰਤਰੀ ਬਣ ਜੇ ਤੇ ਫਲਾਣਾ ਨਾ ਕਿਤੇ ਮੰਤਰੀ ਬਣ ਜੇ, ਤੇ ਉਹਨਾਂ ਚੋਣਾਂ ਦੇ ਵਿੱਚ ਫਲਾਣੇ ਨੂੰ ਮੈਂ ਆਪ ਭਾਵੇਂ ਜਿੱਤਾਂ ਨਾ ਜਿੱਤਾਂ, ਦੂਜੇ ਨੂੰ ਮੈਂ ਹਰਾ ਜ਼ਰੂਰ ਦੇਵਾਂ। ਸੋ ਇਹ ਕਿਸ ਕਿਸਮ ਦਾ ਵਿਜ਼ਨ ਆ, ਕਿਸ ਕਿਸਮ ਦੀ ਪਲੈਨਿੰਗ ਆ, ਕਿਸ ਕਿਸਮ ਦਾ ਸਰਕਾਰ ਦਾ ਕਾਰਜ ਕਰਨ ਦਾ ਢੰਗ ਆ, ਇਹ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ। ਤੇ ਹਾਲ ਦੀ ਘੜੀ ਜਿਹੜਾ ਕਲੇਸ਼ ਸਮਝਿਆ ਜਾਂਦਾ ਸੀਗਾ ਕਿ ਉਹ ਸਮੇਟਿਆ ਗਿਆ ਚੰਨੀ ਹੁਣਾਂ ਦੇ ਮੁੱਖ ਮੰਤਰੀ ਬਣਨ ਨਾਲ, ਉਹ ਮੈਨੂੰ ਲੱਗਦਾ ਇਹ ਆ ਵੀ ਸਗੋਂ ਹੋਰ ਤਿੱਖਾ ਹੋ ਗਿਆ, ਮਤਲਬ ਗਰਮੈਸ਼ ਜਿਹੜੀ ਆ ਹੋਰ ਵੱਧ ਗਈ ਆ। ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਆ ਕਿ ਜਿਹੜੇ ਮੋٹے-ਮੋٹے ਕਾਰਨ ਆਪਾਂ ਹੁਣ ਤੱਕ ਆਪਾਂ ਦੋਨੋਂ ਰਲ ਕੇ ਗਿਣੇ ਆ, ਜਾਂ ਜਿਹੜਾ ਅਸੀਂ ਸੁਣ ਰਹੇ ਆ ਕਿ ਕਰਪਟ ਵਿਅਕਤੀਆਂ ਨੂੰ, ਜਿੱਦਾਂ ਰਾਣਾ ਗੁਰਜੀਤ ਦਾ ਵਾਪਸੀ ਕਰਨਾ, ਆਸ਼ੂ ਜਿਹੜਾ ਆਪਣੇ ਲੁਧਿਆਣੇ ਵਾਲਾ ਮੰਤਰੀ ਆ ਉਹਦਾ ਵਾਪਸ ਆਉਣਾ, ਕੁਝ ਇੱਕ ਚੀਜ਼ਾਂ ਤੇ ਵਾਕਿਆ ਹੀ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਸੀ ਜਿਸ 'ਤੇ ਇਤਰਾਜ਼ ਸੀਗਾ, ਜਿੱਦਾਂ DGP ਲਾਉਣ 'ਤੇ ਇਤਰਾਜ਼ ਸੀਗਾ, ਜਿੱਦਾਂ ਤੁਸੀਂ ਦੱਸਿਆ ਕਿ ਐਡਵੋਕੇਟ ਜਨਰਲ ਦੇ ਉੱਤੇ ਇਤਰਾਜ਼ ਸੀਗਾ। ਇਹ ਗੱਲਾਂ ਜੱਗ ਜ਼ਾਹਰ ਨੇ, ਔਰ ਇਹ ਲੱਗਦਾ ਵੀ ਆ ਕਿ ਇਹਨਾਂ ਦੇ ਉੱਤੇ ਜ਼ਰੂਰ ਜਿਹੜੀ ਆ ਉਹ ਇੱਕ ਰਾਏ ਬਣਾ ਕੇ ਹੀ ਹੋਣਾ ਚਾਹੀਦਾ ਸੀ। ਜਿਹੜੀ ਹਾਈ ਕਮਾਂਡ ਆ ਉਹਨਾਂ ਨੂੰ ਠੋਸਣਾ ਨਹੀਂ ਸੀ ਚਾਹੀਦਾ ਪੰਜਾਬ ਤੇ। ਪੰਜਾਬ ਦੀ ਬਦਕਿਸਮਤੀ ਆ ਕਿ ਇਸ ਤਰ੍ਹਾਂ ਫੈਸਲੇ ਲੈ ਜਾਂਦੇ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੂੰ ਧਰਾਤਲ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਆ। ਪਰ ਜਿਹੜਾ ਕੁਝ ਇੱਕ ਚੰਗਾ ਹੋਇਆ ਕੁਝ ਦਿਖ ਰਿਹਾ ਸੀਗਾ, ਉਹਨੂੰ ਵੀ ਨੈਗੇਟਿਵ ਲਿਆ ਜਾ ਰਿਹਾ। ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹਨਾਂ ਨੂੰ ਕੋਈ ਲੱਖ ਕਵੇ ਵੀ ਉਹ ਲਾਲਚ ਕਰ ਗਏ, ਉਹ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਜਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਉਸ ਰੇਸ ਵਿੱਚ ਸੀ। ਵੇਖੋ, ਜਿਹੜਾ ਵੀ ਸਿਆਸਤਦਾਨ ਹੈ, ਹਰ ਬੰਦਾ ਇਹ ਚਾਹੇਗਾ ਕਿ ਮੇਰੀ ਤਰੱਕੀ ਹੋ ਕੇ ਮੈਂ ਹੋਰ ਅੱਗੇ ਜਾਵਾਂ। ਉਹ ਸਿਆਸਤ ਬੈਠਾ ਇਸੇ ਕਰਕੇ ਆ। ਹਰ ਬੰਦੇ ਦਾ ਜੀ ਕਰਦਾ ਹੈ ਕਿ ਮੈਂ ਮੁੱਖ ਮੰਤਰੀ ਬਣਾ। ਤੁਸੀਂ ਜਿਹਨੂੰ ਮਰਜ਼ੀ ਬਣਾ ਦਿਓ, ਜਿਹੜੇ ਬੰਦੇ ਨੂੰ ਭਾਵੇਂ ਕੋਈ ਪਿੰਡ 'ਚ ਨਹੀਂ ਵੀ ਜਾਣਦਾ ਉਹ ਵੀ ਕਹੇਗਾ ਮੈਂ ਬਣਨਾ ਚਾਹੁੰਦਾ। ਪਰ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਸੁਖਜਿੰਦਰ ਰੰਧਾਵੇ ਹੋਰਾਂ ਨੂੰ ਵੀ ਵਰਤਿਆ ਗਿਆ ਸੀਗਾ ਕੈਪਟਨ ਵੱਲੋਂ ਬਰਗਾੜੀ ਮੋਰਚਾ ਉਠਾਉਣ ਦੇ ਮਾਮਲੇ 'ਚ, ਤੇ ਉਹ ਖੁਦ ਅੰਮ੍ਰਿਤਧਾਰੀ ਵੀ ਨੇ, ਤੇ ਜਿਸ ਤਰੀਕੇ ਦੇ ਉਹਨਾਂ ਦੇ ਬਿਆਨ ਆਉਂਦੇ ਰਹੇ ਨੇ ਕਿ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਕਿ ਇਸ ਤਰ੍ਹਾਂ ਹੋਇਆ, ਉਹਨਾਂ ਨੂੰ ਗ੍ਰਹਿ ਵਿਭਾਗ ਮਿਲਣਾ ਬਹੁਤ ਇੱਕ ਪੋਜ਼ਿਟਿਵ ਸਾਈਨ ਸੀਗਾ। ਤੇ ਲੱਗਦਾ ਸੀਗਾ ਕਿ ਇਹ ਵਿਅਕਤੀ ਜਿਹੜਾ ਆ ਇਹ ਜ਼ਰੂਰ ਕੋਈ ਨਾ ਕੋਈ ਬੇਅਦਬੀ ਮਾਮਲਿਆਂ ਦੇ ਉੱਤੇ ਫੌਰੀ ਐਕਸ਼ਨ ਲੈ ਕੇ ਕਾਰਵਾਈ ਕਰਵਾਏਗਾ। ਇਸੇ ਤਰ੍ਹਾਂ ਹੀ ਮੈਂ ਉਹਨਾਂ ਨੂੰ ਬਹੁਤਾ ਪਸੰਦ ਨਹੀਂ ਕਰਦਾ, ਇੱਕ ਰਾਜਾ ਵੜਿੰਗ ਨਾਂ ਦਾ ਜਿਹੜਾ ਇਹਨਾਂ ਦਾ ਲੀਡਰ ਹੈ, ਪਰ ਉਹ ਬਾਦਲਾਂ ਦਾ ਘੋਰ ਮੁਖਾਲਫ ਕਰਨ ਵਾਲਾ ਬੰਦਾ ਵਾ, ਤੇ ਉਹਨੂੰ ਟਰਾਂਸਪੋਰਟ ਦਾ ਮਹਿਕਮਾ ਦਿੱਤਾ ਸੀ। ਉਹਨੇ ਵੀ ਕੋਈ ਨਾ ਕੋਈ ਆਪਣੇ ਰੰਗ ਦਿਖਾਉਣੇ ਸੀ, ਜਿਹੜਾ ਟਰਾਂਸਪੋਰਟ ਦੇ ਬਾਰੇ ਗੱਲ ਕੀਤੀ ਜਾਂਦੀ ਸੀ ਬਾਰ-ਬਾਰ। ਇਸੇ ਤਰ੍ਹਾਂ ਕੁਝ ਇੱਕ ਹੋਰ ਮਹਿਕਮੇ ਜੇ ਆਪਾਂ ਇਕੱਲੇ ਦੀ ਗੱਲ ਕਰੀਏ ਤੇ ਕਿੰਨੇ ਕੀ ਕਰਨਾ ਸੀ, ਚੰਗੇ ਸੀ, ਤੇ ਕੁਝ ਇੱਕ ਵਿਅਕਤੀ ਜਿਹੜੇ ਆ ਨੈਗੇਟਿਵ ਜਿਨ੍ਹਾਂ ਨੂੰ ਅਸੀਂ ਗਿਣ ਰਹੇ ਆ, ਉਹਨਾਂ ਕੋਲੋਂ ਵੀ ਕੁਝ ਚੰਗੇ ਮਹਿਕਮੇ ਚੱਲ ਗਏ ਸੀ ਜਿਨ੍ਹਾਂ ਤੋਂ ਇਹ ਸੀ। ਪਰ ਇੱਕ ਖਬਰ ਹੋਰ ਆ ਰਹੀ ਆ, ਇੱਕ ਚੈਨਲ ਨੇ ਉਹ ਖਬਰ ਬ੍ਰੇਕ ਕੀਤੀ ਆ, ਉਹ ਪਤਾ ਨਹੀਂ ਕਿੰਨੀ ਕਿ ਸੱਚੀ ਆ, ਕਿ ਜਿਹੜੇ ਅਫਸਰਸ਼ਾਹੀ ਨੂੰ ਲਾਇਆ ਜਾ ਰਿਹਾ, ਜਿੱਦਾਂ DGP ਲਾਉਣਾ, ਦੂਜੇ ਲਾਉਣਾ, ਤੀਜਾ ਲਾਉਣਾ, ਵੱਡੇ ਕੰਮ ਹੋ ਰਹੇ ਆ, ਇਹਦੇ ਵਿੱਚ ਵੀ ਉਹੀ ਧੰਦਾ ਸ਼ੁਰੂ ਹੋ ਗਿਆ ਜਿਹੜਾ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ, ਯਾਨੀ ਕਿ ਪੈਸੇ ਲੈ ਕੇ ਪੋਸਟਾਂ ਦੇਣ ਵਾਲਾ, ਤੇ ਕਰੋੜਾਂ ਦਾ ਘਪਲਾ ਹੋਣਾ ਸ਼ੁਰੂ ਹੋ ਗਿਆ ਜਿਹੜਾ ਸਿੱਧੂ ਸਾਹਿਬ ਦੀ ਨਜ਼ਰ ਵਿੱਚ ਸੀਗਾ। ਤੇ ਉਹਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਸੀਗਾ ਕਿ ਜੇ ਆਪਾਂ ਇਹੋ ਹੀ ਕੁਝ ਕਰਨਾ, ਕਰਪਸ਼ਨ ਹਟਾਉਣ ਦੇ ਨਾਂ ਤੇ ਅਸੀਂ ਆਏ ਆ, ਤੇ ਇਹੀ ਕਰਪਸ਼ਨ ਅਸੀਂ 2-2.5 ਮਹੀਨਿਆਂ 'ਚ ਹੀ ਕਰਨੀ ਆ। ਤੇ ਕੁਝ ਲੋਕਾਂ ਦਾ ਤੇ ਇਹ ਵੀ ਮੰਨਣਾ ਸੀਗਾ ਕਿ
ਇਹ ਜਿਹੜੇ ਕੁਝ ਲੋਕ ਵੜ ਗਏ ਸੀ ਉਹਨਾਂ ਨੂੰ ਐ ਲੱਗਦਾ ਸੀ ਕਿ ਹੁਣ 2-2.5 ਮਹੀਨੇ ਦੀ ਸਮੇਂ ਦੇ ਵਿੱਚ ਜਿੰਨਾ ਕੁ ਅਸੀਂ ਗੁਲਛਰੇ ਉਡਾ ਸਕਦੇ ਉਡਾ ਲਈਏ, ਪੁੱਛਣ ਵਾਲਾ ਕੋਈ ਨਹੀਂ ਆ। ਅਗਲੀ ਇਲੈਕਸ਼ਨ 'ਚ ਪਤਾ ਨਹੀਂ ਕਿਹਦਾ ਰਾਜੇ ਦੀ ਪ੍ਰਜਾ ਆਉਣੀ ਆ। ਸੋ ਇਹ ਵੀ ਇੱਕ ਵੱਡੀ ਗੱਲ ਖਬਰ ਜਿਹੜੀ ਆ ਇਹ ਆ ਰਹੀ ਆ ਕਿ ਕੁਝ ਇੱਕ ਕੰਪੀਟੈਂਟ ਬੰਦਿਆਂ ਕੋਲ ਚੰਗੇ ਮਹਿਕਮੇ ਜਾਣਾ ਵੀ ਕਿਤੇ ਨਾ ਕਿਤੇ ਨੈਗੇਟਿਵ ਨਜ਼ਰ ਆਇਆ ਕਿ ਇਹਦੇ ਵਿੱਚ ਉਹਨਾਂ ਦੀ ਭੱਲ ਨਾ ਬਣ ਜਾਏ, ਕੱਲ ਨੂੰ ਕਿਤੇ ਉਹ ਵੱਡੀ ਲੀਡਰਸ਼ਿਪ ਰੇਸ 'ਚ ਨਾ ਆ ਜਾਣ, ਜਿਵੇਂ ਰੰਧਾਵਾ ਬਾਰੇ ਕਿਹਾ ਜਾ ਰਿਹਾ। ਇਸੇ ਤਰ੍ਹਾਂ ਹੀ ਚੰਨੀ ਰਾਂ ਬਾਰੇ ਵੀ ਕਿਹਾ ਜਾ ਰਿਹਾ ਕਿ ਦਲਿਤ ਹੋਣ ਕਰਕੇ ਜਿਹੜਾ ਉਹਨਾਂ ਨੂੰ ਮੌਕਾ ਮਿਲ ਗਿਆ, ਕਿਤੇ ਸਥਾਈ ਨਾ ਹੋ ਜਾਏ ਕੰਮ, ਕਿਤੇ ਇਲੈਕਸ਼ਨ 22 ਦੀ ਵਿੱਚ ਫਿਰ ਚੰਨੀ ਰਾਂ ਨੂੰ ਪ੍ਰੋਜੈਕਟ ਨਾ ਕੀਤਾ ਜਾ ਸਕੇ ਕਿ ਉਹ ਚੰਗੇ ਕੰਮ ਕਰ ਜਾਣ। ਇਹ ਨੈਗੇਟਿਵਿਟੀ ਵੀ ਕਿਤੇ ਨਾ ਕਿਤੇ ਨਾਲ ਸਰਕਾਰ 'ਚ ਚੱਲ ਰਹੀ ਸੀ। ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਪਹਿਲੀ ਗੱਲ ਤਾਂ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਵੀ ਪੰਜਾਬ ਦੇ ਜਿਹੜੇ ਆ ਨਾ ਜੀ ਮੰਤਰੀ ਮਹਿਕਮਾ ਇੱਕ ਜਿਹੜਾ ਉਹਨਾਂ ਨੇ ਕਿਹਾ ਵੀ ਦਲਿਤ ਨਹੀਂ ਕਹਿਣਾ, ਇਹਨਾਂ ਨੂੰ ਅਨੁਸੂਚਿਤ ਜਾਤੀ ਕਹਿਣਾ ਹੈਗਾ। ਜੀ ਜੀ ਜੀ, ਤੇ ਉਹਦਾ ਮੈਂ ਨਾ ਭਾਵੇਂ ਉਹੋ ਹੀ ਆ। ਹਾਂਜੀ, ਤੇ ਆਪਾਂ ਵੀ ਦਲਿਤ ਨਾ ਵਰਤੀਏ ਸ਼ਬਦ, ਅਨੁਸੂਚਿਤ ਜਾਤੀ ਵਰਤੀਏ। ਤੇ ਫਿਰ ਜਾਤੀ ਵੈਸੇ ਤੇ ਸ਼ਬਦਾਂ ਦਾ ਹੇਰਫੇਰੀ ਹੈ, ਜਾਤੀ ਸ਼ਬਦ ਵੀ ਨਹੀਂ ਵਰਤਣਾ ਚਾਹੀਦਾ ਵੈਸੇ ਵਿਧਾਨਕ ਤੌਰ ਤੇ, ਉਹ ਵੀ ਗਲਤ ਹੈ। ਜਦੋਂ ਜਾਤੀ ਕਹਿਤਾ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਹੈ, ਜਾਤੀ ਦੇ ਨਾਂ ਤੇ ਕੰਮ ਕਰ ਰਹੇ ਹੋ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਮੈਂ ਵੀ ਇਹੀ ਵਿਚਾਰ ਰੱਖਦਾ ਹਾਂ। ਪਰ ਉਹ ਜਦੋਂ ਉਹਨਾਂ ਨੇ ਕਹਿਤਾ ਵੀ ਇਹ ਸ਼ਬਦ ਨਹੀਂ ਵਰਤਣਾ, ਤੇ ਉਹ ਤੁਹਾਨੂੰ ਪਤਾ ਹੀ ਆ ਫਿਰ ਲੋਕ ਜਿਹੜੇ ਆ ਉਹ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਾ ਕਾਣਾ ਉਹਦੀ ਸਾਲੀ ਨੇ ਬਰਾਸੀ ਨੇ ਕਹਿਤਾ ਸੀਗਾ, ਉਹ ਇਸ ਕਿਸਮ ਦੀ ਗੱਲ ਹੈਗੀ ਆ। ਤੇ ਜਿਹੜੀ ਇਹ ਤੁਸੀਂ ਗੱਲ ਕੀਤੀ ਆ ਨਾ ਜੀ, ਇਹ ਜਦੋਂ ਤੁਸੀਂ ਸੀ ਕਹਿੰਦੇ ਆ ਤਾਂ ਸੀ ਦੀ ਤਾਂ ਗੱਲ ਨਹੀਂ ਕੋਈ ਵੀ। ਅਜੇ ਇਹ ਮੰਤਰੀ ਹੈਗੇ ਆ, ਹਾਂਜੀ, ਇਹ ਇਹਨਾਂ ਤੋਂ ਤਵੱਕੋ ਕੀਤੀ ਜਾਂਦੀ ਆ ਕਿ ਇਹ ਇਸ ਕਿਸਮ ਦੀ ਕਾਰਵਾਈ ਜਿਹੜੀ ਆ ਉਹ ਕਰਨਗੇ। ਪਰ ਇਹ ਟੁੱਟ ਭੱਜ ਪਤਾ ਨਹੀਂ ਨਾ ਕਾਲੂ ਸਾਹਿਬ, ਇਸ ਟੁੱਟ ਭੱਜ ਪਤਾ ਨਹੀਂ ਨਾ ਕਿੱਧਰ ਨੂੰ ਗੱਲ ਜਾਣੀ ਆ, ਕਿਹੜੇ ਥਾਂ ਬੈਠਣੀ ਆ। ਜੇ ਮਤਲਬ ਆਪਾਂ ਇਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਇਹ ਮਿਨਿਸਟਰੀ ਜਿਹੜੀ ਚੱਲ ਜਾਏ। ਅਸੀਂ ਅਜੇ ਕਿਉਂਕਿ ਕਾਰਗੁਜ਼ਾਰੀ ਦੇਖੀ ਕੋਈ ਨਹੀਂ ਗਈ, ਇਸ ਕਰਕੇ ਅਸੀਂ ਉਹਦਾ ਐਨਾਲਿਸਿਸ ਵੀ ਨਹੀਂ ਕਰ ਸਕਦੇ। ਹਾਂਜੀ ਹਾਂ, ਬਿਲਕੁਲ। ਅਜੇ ਤਾਂ ਆਪਾਂ ਉਮੀਦ ਹੀ ਕਰ ਸਕਦੇ ਆ ਨਾ। ਹਾਂਜੀ ਬਿਲਕੁਲ। ਜੇ ਇਹਨਾਂ ਨੂੰ ਮਹਿਕਮੇ ਦਿੱਤੇ ਗਏ ਆ ਤੇ ਇਹ ਮਹਿਕਮਿਆਂ ਨੂੰ ਲੋਕਾਂ ਦੇ ਹੱਕ ਦੇ ਵਿੱਚ ਚਲਾਉਣਗੇ। ਤੇ ਬਾਕੀ ਇਹ ਆ ਵੀ ਅਜੇ ਜਿਹੜੀ ਤੁਸੀਂ ਗੱਲ ਕੀਤੀ ਆ, ਭਾਵੇਂ ਇਹਦੀ ਪੁਸ਼ਟੀ ਕਿਤੋਂ ਹੋਣੀ ਮੁਸ਼ਕਲ ਹੈਗੀ ਆ ਵੀ ਜਿਹੜੇ ਆਫੀਸਰ ਵੀ ਆ ਉਹ ਥੱਲੇ ਵੱਡੀਆਂ ਪੋਸਟਾਂ ਵਾਲੇ ਜਿਹੜੇ ਆ ਉਹ ਇੱਕ ਦੂਜੇ ਨੂੰ ਕੱਟਣ ਲਈ ਪੈਸਿਆਂ ਦੀ ਦੌੜ ਲੱਗ ਗਈ ਆ। ਇਹਦੀ ਪੁਸ਼ਟੀ ਭਾਵੇਂ ਕੋਈ ਨਹੀਂ, ਪਰ ਇਹ ਤੇ ਯਕੀਨ ਇਸ ਕਰਕੇ ਆਉਂਦਾ ਆ ਕਿਉਂਕਿ ਇਹ ਇੱਕ ਰਵਾਇਤ ਬਣੀ ਹੈਗੀ ਆ ਕਿ ਜੋ ਮਰਜ਼ੀ ਕੋਈ ਕਵੇ ਬਈ ਮੈਂ ਤਾਂ ਜੀ ਕਿਤੇ ਕਰਪਸ਼ਨ ਹੋਣ ਨਹੀਂ ਦੇਣੀ, ਮੈਂ ਆਹ ਨਹੀਂ ਹੋਣ ਦੇਣਾ, ਉਹ ਨਹੀਂ ਕਰਨ ਦੇਣਾ। ਤੇ ਉਹਨਾਂ ਨੇ ਕਦੀ ਵੀ ਰੋਕਿਆ ਨਹੀਂਗਾ, ਉਹ ਇਹੀ ਕੰਮ ਕਰਦੇ ਰਹੇ ਆ ਅੱਜ ਤੱਕ। ਜਿੰਨੇ ਕੁ ਆ ਹੁਣ ਦੇ ਜਿਹੜੇ ਸਮਝ ਲਓ ਪਿੱਛੇ 30-40 ਸਾਲ ਦੇ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਆ, ਉਹਨਾਂ ਦੇ ਵਿੱਚ ਇਹ ਦਿਨ ਬ ਦਿਨ ਵੱਧਦੀ ਰਹੀ ਆ। ਤੁਸੀਂ ਫਿਰ ਕਹਿਣਾ ਵੀ ਤੁਸੀਂ ਪੁਰਾਣੇ ਸਮੇਂ ਨੂੰ ਜ਼ਿਆਦਾ ਵਧੀਆ ਸਮਝਦੇ ਆ, ਉਹ ਨਹੀਂ ਹੈਗਾ। ਇਹ ਕਿਉਂਕਿ ਉਹਨਾਂ ਦੇ ਸੁਭਾਅ ਦੇ ਵਿੱਚ ਆ, ਉਹਨਾਂ ਦਾ ਸੁਭਾਅ ਬਣਿਆ ਆ। ਮੈਨੂੰ ਯਾਦ ਆ ਕਿ 1992 ਦੇ ਵਿੱਚ ਮੇਰੇ ਇੱਕ ਵਾਕਫਕਾਰ ਜਿਹੜੇ ਆ ਉਹ MLA ਚੁਣੇ ਗਏ, ਤੇ ਉਹਨਾਂ ਨੂੰ ਕੁਝ ਉਹਨਾਂ ਦੇ ਰਿਸ਼ਤੇਦਾਰ ਜਾਂ ਜਿਹੜੇ ਵਾਕਫਕਾਰ ਲੋਕ ਸੀਗੇ ਉਹ ਕਹਿਣ ਮਹਿਕਮਾ ਨਾ ਉਹੋ ਜਿਹਾ ਲਿਓ ਜਿਹੜਾ ਮਲਾਈਦਾਰ ਹੋਵੇ, ਥਿੰਦਾ ਹੋਵੇ। ਮਲਾਈਦਾਰ ਤੇ ਥਿੰਦੇ ਦਾ ਮਤਲਬ ਇਹ ਆ ਵੀ ਉਹਦੇ ਵਿੱਚ ਪੈਸੇ ਬਣਦੇ ਹੋਣ, ਕਰਨ ਦੇ ਕਾਫੀ ਚਾਂਸ ਹੋਣ। ਸੋ ਇਦਾਂ ਦਾ ਜਿਹੜਾ ਵਤੀਰਾ ਆ ਲੋਕਾਂ ਦਾ ਵੀ ਪੋਲੀਟੀਸ਼ੀਅਨਾਂ ਦਾ ਵੀ, ਉਹ ਇੱਕ ਦਿਨ ਦੇ ਵਿੱਚ ਬਦਲ ਨਹੀਂ ਸਕਦਾ। ਔਰ ਇਹਦੇ 'ਚ ਇੱਕ ਮੁੱਖ ਮੰਤਰੀ ਜਾਂ ਇੱਕ ਮੰਤਰੀ ਮੇਰਾ ਨਹੀਂ ਖਿਆਲ ਕੋਈ ਤਬਦੀਲੀ ਲਿਆ ਸਕਦਾ ਹੋਵੇ। ਇਸ ਤਬਦੀਲੀ ਲਈ ਬਹੁਤ ਸਮਾਂ ਵੀ ਲੱਗਦਾ ਹੈਗਾ ਔਰ ਇਹਦੇ ਲਈ ਬੜੀ ਦਲੇਰੀ ਦੀ ਵੀ ਲੋੜ ਹੈਗੀ ਆ। ਪਹਿਲਾਂ ਆਪਣੇ ਆਪ ਨੂੰ ਇਮਾਨਦਾਰ ਬਣਾਉਣਾ ਪੈਂਦਾ ਤੇ ਫਿਰ ਹੀ ਦੂਜਿਆਂ ਨੂੰ ਇਮਾਨਦਾਰ ਬਣਨ ਲਈ ਕਿਹਾ ਜਾ ਸਕਦਾ। ਪਰ ਤੁਹਾਨੂੰ ਕੀ ਲੱਗਦਾ ਕਾਲੂ ਸਾਹਿਬ ਵੀ ਐਸ ਜਿਹੜੀ ਭੱਜ ਦੌੜ ਦੇ ਸਮੇਂ 'ਚ ਜਦੋਂ ਕਿ ਅਜੇ ਮਿਨਿਸਟਰ ਆਪਣੇ ਆਪ ਨੂੰ ਪੱਕੇ ਨਹੀਂ ਸਮਝ ਸਕਦੇ ਸੀ, ਪਤਾ ਨਹੀਂ ਕਿਹਨੂੰ ਲਾ ਕੇ ਕਿਹਨੂੰ ਪਾ ਦੇਣਾ ਆ। ਆਪਾਂ ਵੇਖਿਆ ਨਾ ਅਖੀਰਲੇ ਦਿਨਾਂ 'ਚ ਕੀ ਹੋਇਆ, ਬ੍ਰਹਮਿੰਦਰਾ ਦਾ ਨਾਂ ਫਿਰ ਆ ਗਿਆ, ਉਹ ਕੁਲਜੀਤ ਸਿੰਘ ਜਿਹੜਾ ਸੀ ਮੇਰੇ ਖਿਆਲ ਉਹਨੂੰ ਪਿੱਛੇ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਆਸ਼ੂ ਦਾ ਨਾਂ ਲਾਸਟ ਮੂਮੈਂਟ ਤੱਕ ਨਹੀਂ ਸੀਗਾ, ਉਹ ਵੀ ਕਿਸੇ ਹੋਰ ਦੀ ਬਲੀ ਦੇ ਕੇ ਉਹਨੂੰ ਲੈਂਦਾ ਗਿਆ ਤੇ ਗਰੰਟੀ ਤੇ ਕਿਸੇ ਦੀ ਵੀ ਨਹੀਂ ਸੀ ਕਿਹਨੂੰ ਹੋਣਾ। ਅਜੇ ਵੀ ਕੋਈ ਗਰੰਟੀ ਨਹੀਂ ਵੀ ਕਿਹਨੂੰ ਸਵੇਰੇ ਲਾ ਦੇਣਾ ਨਾ ਕੀ ਹੋ ਜਾਣਾ। ਤੇ ਇਹਨਾਂ ਹਾਲਾਤਾਂ 'ਚ ਇੰਨੇ ਕੌਨਫੀਡੈਂਸ ਨਾਲ ਉਹ ਪੈਸਾ ਫੜਦਾ ਕਿਹੜਾ ਹੋਏਗਾ?
ਕਿ ਲਿਆਓ ਜੀ ਤੁਹਾਨੂੰ ਡੀਜੀਪੀ ਲਾ ਦਿੰਦੇ ਆ, ਤੁਹਾਨੂੰ ਆਹ ਲਾ ਦਿੰਦੇ ਆ। ਕੌਣ ਵਿਅਕਤੀ ਹੋਏਗਾ ਐਸਾ? ਕੀ ਫਿਰ ਇਹਦਾ ਮਤਲਬ ਵੀ ਸੂਈ ਚੰਨੀ ਵਾਲ ਸਿੱਧੀ ਚੱਲ ਗਈ ਕਿ ਚੰਨੀ ਸਾਹਿਬ ਵੀ ਇਦਾਂ ਦਾ ਕੰਮ ਕਰ ਲੈਣਗੇ, ਉਹ ਸਿੱਧੇ ਸੀਐਮ ਕੋਲ ਪੈਸੇ ਪਹੁੰਚ ਗਏ ਹੋਣਗੇ ਉਹਦੇ ਚ ਜੇ ਇਦਾਂ ਹੋਇਆ ਤਾਂ? ਜੇ ਆਪਾਂ ਇਸ ਗੱਲ ਦੀ ਪੁਸ਼ਟੀ ਵਾਕਿਆ ਨਹੀਂ ਕਰਦੇ ਕਿਉਂਕਿ ਕਿਸੇ ਚੈਨਲ ਨੇ ਬ੍ਰੇਕ ਕੀਤੀ ਹੈ ਖਬਰ ਤੇ ਇਹਦੇ 'ਚ ਸੱਚਾਈ ਹੋ ਸਕਦੀ ਆ, ਪਰ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਹਾਲਾਤਾਂ 'ਚ ਕੌਣ ਬੰਦਾ ਪੈਸੇ ਫੜ ਸਕਦਾ ਜਦੋਂ ਆਪਣਾ ਭਵਿੱਖ ਕਿਸੇ ਕੋਲ ਅਜੇ ਸਾਹਮਣੇ ਨਹੀਂ ਆ? ਤੇ ਉਹ ਕਿਸ ਤਰੀਕੇ ਨਾਲ ਮਤਲਬ ਕਹਿ ਸਕਦੇ ਕਿ ਮੈਂ ਤੇਰੀ ਗਰੰਟੀ ਲੈਣਾ ਕਿ ਤੈਨੂੰ ਮੈਂ ਡੀਜੀਪੀ ਲਵਾ ਸਕਦਾ, ਤੈਨੂੰ ਮੈਂ ਫਲਾਣਾ ਕੰਮ ਕਰਵਾ ਸਕਦਾ ਤੇਰਾ? ਉਹਦੇ ਚ ਗਿੱਲ ਸਾਹਿਬ ਇਹ ਤਾਂ ਬੜੀ ਸਪਸ਼ਟ ਗੱਲ ਹੈਗੀ ਆ ਕਿ ਜੇ ਪੈਸੇ ਨਾਲ ਕੋਈ ਅਹੁਦਾ ਮਿਲਣਾ ਹੈਗਾ ਤਾਂ ਉਹ ਦੇਣਾ ਕਿਹਨੇ ਆ? ਉਹ ਇੱਕ ਸਧਾਰਨ ਬੰਦੇ ਨੇ, ਤੁਹਾਡੇ ਵਰਗੇ ਮੇਰੇ ਵਰਗੇ ਨੇ ਥੋੜੀ ਦੇਣਾ ਆ। ਉਹ ਤਾਂ ਜੇ ਡੀਜੀਪੀ ਲਾਉਣਾ ਹੈਗਾ ਜਾਂ ਚੀਫ ਸੈਕਟਰੀ ਲਾਉਣਾ ਹੈਗਾ ਜਾਂ ਕੋਈ ਹੋਰ ਐਡਵੋਕੇਟ ਜਨਰਲ ਲਾਉਣਾ ਆ ਤਾਂ ਉਹ ਲਾਉਣਾ ਕਿਹਨੇ ਆ? ਉਹ ਤਾਂ ਸਰਕਾਰ ਨੇ ਲਾਉਣਾ। ਤੇ ਜੇ ਸਰਕਾਰ ਇਦਾਂ ਲਾਉਂਦੀ ਆ ਤਾਂ ਉਹ ਸਰਕਾਰ ਦੇ ਮੁਖੀ ਤੇ ਹੀ ਅਸਪਰਸ਼ਨ ਆਏਗੀ। ਤੁਹਾਨੂੰ ਯਾਦ ਹੋਣਾ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਸੀਗੇ ਨਾ ਕੇਂਦਰ 'ਚ ਮੰਤਰੀ, ਤੇ ਸਾਰੇ ਲੋਕੀ ਕਹਿੰਦੇ ਸੀ ਜੀ ਇਹ ਆਪ ਤਾਂ ਇਮਾਨਦਾਰ ਹੈਗੇ ਆ, ਪਰ ਇਹ ਜਿਹੜੇ ਥੱਲੇ ਆ ਇਹਨਾਂ ਦੇ ਉਹ ਨਹੀਂਗੇ ਇਮਾਨਦਾਰ, ਉਹ ਬੇਈਮਾਨ ਨੇ। ਤੇ ਇੱਥੇ ਤਾਂ ਇਹ ਆ ਵੀ ਜਿੰਨੇ ਵੀ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਰਹੀਆਂ ਉਹ ਸਾਰੀ ਦੀ ਸਾਰੀ ਜਿਹੜੀ ਰਿਸ਼ਵਤ ਕਹਿ ਲਓ, ਪੈਸਾ ਕਹਿ ਲਓ, ਕੁਛ ਕਹਿ ਲਓ, ਤੇ ਉਹ ਜਿਹਨੇ ਕਾਰਗੁਜ਼ਾਰੀ ਕਰਨੀ ਆ, ਜਿਹੜਾ ਐਗਜ਼ੈਕਟਿਵ ਹੈੱਡ ਹੈਗਾ ਉਹ ਤਾਂ ਮੁੱਖ ਮੰਤਰੀ ਆ ਨਾ। ਤੇ ਉਹਦੇ ਕੋਲ ਜੇ ਕੋਈ ਲੈ ਕੇ ਜਾਏਗਾ, ਥੈਲੀ ਲੈ ਕੇ ਜਾਏਗਾ, ਤੇ ਤਾਂ ਹੀ ਉਹ, ਜੇ ਥੈਲੀ ਵਾਲੇ ਹਿਸਾਬ ਨਾਲ ਹੀ ਕੰਮ ਚੱਲਣਾ ਤਾਂ ਫਿਰ ਤਾਂ ਮੁੱਖ ਮੰਤਰੀ ਉਹ 'ਚ ਭਾਗੀ ਬਣਨ ਦੀ ਸੰਭਾਵਨਾ ਪੱਕੀ ਆ। ਕਾਲੂ ਸਾਹਿਬ, ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ, ਕੁਝ ਜਰਨਲਿਸਟ ਦਾ, ਕਿ ਅੱਜ ਕੱਲ੍ਹ ਇਲੈਕਸ਼ਨਾਂ ਬਹੁਤ ਮਹਿੰਗੀਆਂ ਹੋ ਗਈਆਂ, ਇਲੈਕਸ਼ਨ ਲਈ ਰਹਿ ਗਏ ਸਾਰੇ ਮਹੀਨੇ 3, ਤੇ ਜਿਹੜੇ ਵਿਅਕਤੀ ਜਿੱਦਾਂ ਵੱਡੇ ਜਿਹੜੇ ਫੰਡ ਰੇਜ਼ ਕਰਨ ਵਾਲੇ ਵਿਅਕਤੀ ਆ ਜਾਂ ਫੰਡ ਦੇਣ ਵਾਲੇ ਵਿਅਕਤੀ, ਜਿਹਨਾਂ ਆਪਾਂ ਸਾਰੇ ਜਾਣਦੇ ਆ ਕਿ ਰਾਣਾ ਗੁਰਜੀਤ ਨੇ ਵੱਡਾ ਫੰਡ ਜਿਹੜਾ ਉਹ ਦਿੰਦੇ ਹੁੰਦੇ ਸੀਗੇ ਕੈਪਟਨ ਸਾਹਿਬ ਨੂੰ, ਕਰੋੜਾਂ ਰੁਪਈਆਂ 'ਚ ਕਹਿੰਦੇ ਆ, ਇਹ ਵੀ ਖਬਰਾਂ ਆ ਰਹੀਆਂ ਨੇ। ਤੇ ਤਾਂ ਕਰਕੇ ਉਹ ਬਹੁਤ ਨੇੜੇ ਸੀ ਔਰ ਆਖਰੀ ਦਮ ਤੱਕ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਮਿਨਿਸਟਰੀ ਨਾ ਜਾਵੇ। ਉਹਦੇ ਖਹਿਰਾ ਸਾਹਿਬ ਤਕੜੇ ਹੋ ਕੇ ਲੱਗੇ ਰਹੇ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਜਦੋਂ ਆਪੋਜੀਸ਼ਨ ਲੀਡਰ ਸੀ, ਤੇ ਉਹਨਾਂ ਇਹੋ ਜਿਹੇ ਕਿੱਸੇ ਲੈ ਆਂਦੇ ਕਿ ਰਾਣੇ ਗੁਰਜੀਤ ਨੂੰ ਸਾਈਡ ਤੇ ਕਰਨ ਲਈ ਮਜਬੂਰੀ ਬਣ ਗਈ, ਰਾਹੁਲ ਗਾਂਧੀ ਹਰਾਂ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਪਾਸੇ ਕੀਤਾ ਜਾਵੇ। ਤੇ ਹੁਣ ਉਸੇ ਰਾਹੁਲ ਗਾਂਧੀ ਨੇ ਦੁਬਾਰਾ ਉਸ ਵਿਅਕਤੀ ਨੂੰ ਲਿਆ। ਜੇਕਰ ਜੇ ਇਲੈਕਸ਼ਨ ਦੇ ਵਿੱਚ ਇੱਕ ਐਮਐਲਏ ਕਹਿੰਦੇ ਆ 2, 2.5 ਤੋਂ 3 ਕਰੋੜ ਰੁਪਈਆ ਲੱਗਦਾ ਆ, ਤੇ 117 ਸੀਟਾਂ ਦੀ ਜ਼ਿੰਮੇਵਾਰੀ ਆ ਕਾਂਗਰਸ ਹਾਈ ਕਮਾਂਡ ਕੋ, ਤੇ ਇੰਨਾ ਪੈਸਾ ਅੱਜ ਕੱਲ੍ਹ ਫੰਡ ਤੇ ਉਹਨਾਂ ਨੂੰ ਕਾਰਪੋਰੇਟ ਤੇ ਦਿੰਦਾ ਨਹੀਂ, ਘੱਟ ਦਿੰਦਾ ਆ। ਉਹ ਕਰਦੇ ਆ ਨਾ ਕਾਰਪੋਰੇਟ ਵਾਲੇ ਵੀ ਕਿ ਜਿਹੜਾ ਬੰਦੇ ਦੀ ਚੜ੍ਹਤ ਹੁੰਦੀ ਉਹਨੂੰ 80% ਤੇ ਦੂਜੇ ਨੂੰ 20%, ਤੇ ਅੱਗੇ ਤੇ ਮਿਲਦਾ ਸੀ ਇਹਨਾਂ ਨੂੰ 70-80%। ਉਹ 25-75 ਵਾਲੀ ਗੇਮ ਜਿਹੜੀ ਸਿੱਧੂਰੀ ਕਹਿੰਦੇ ਹੁੰਦੇ ਸੀ, ਇਦਾਂ ਹੀ ਕਾਰਪੋਰੇਟ ਕੋਲ 25-75 ਦੀ ਗੇਮ ਚੱਲਦੀ ਆ ਕਿ ਜਿਹੜਾ ਪਾਵਰ 'ਚ ਆ ਉਹਨੂੰ 75 ਤੇ ਬਾਕੀ ਨੂੰ 25 ਵੰਡ ਦਿਓ। ਤੇ ਅਗਲੀ ਇਲੈਕਸ਼ਨ ਲੜਨ ਲਈ ਜਿਹੜਾ ਫੰਡ ਚਾਹੀਦਾ ਆ ਉਹਦੇ ਲਈ ਜੁਗਾੜ ਕੀਤਾ ਸੀ ਕਿਤੇ ਨਾ ਕਿਤੇ। ਕੱਲ ਸਾਡੇ ਸਾਥੀ ਪੱਤਰਕਾਰ ਜਿਹੜੇ ਸਾਨੂੰ ਆਪਣੇ ਦਸਾਂਝ ਸਾਹਿਬ ਰੀਆਂ ਕਹਿ ਰਹੇ ਸੀ ਕਿ ਕਾਂਗਰਸ ਦੀ ਸਕਿੱਲ ਸੀ ਇਹ ਕਿ ਕਿਹੜੇ ਕਿਹੜੇ ਵਿਅਕਤੀ ਨੂੰ ਅੱਗੇ ਲਿਆਂਦਾ ਜਾਵੇ। ਉਹਦੇ ਪਿੱਛੇ ਕਾਰਨ ਕਈ ਗਿਣਾਏ ਸੀਗੇ। ਇੱਕ ਤੇ ਵੱਡਾ ਕਾਰਨ ਇਹ ਸੀ ਕਿ ਕੈਪਟਨ ਸਾਹਿਬ ਦੇ ਪਰ ਕੁਤਰੇ ਜਾਣ, ਕਿ ਜਿਹੜੇ ਬੰਦੇ ਉਹਨਾਂ ਨਾਲ ਜਾ ਸਕਦੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲਾਲਚ 'ਚ ਲਿਆ ਕੇ ਇਹ ਇੱਕ ਪੋਲੀਟੀਕਲ ਸਕਿੱਲ ਹੈ ਜਿਹੜੀ ਵਰਤੀ ਗਈ। ਉਹ ਸਕਿੱਲ ਮੈਨੂੰ ਲੱਗਦਾ ਉਲਟੀ ਪੈ ਗਈ ਕਿਤੇ ਨਾ ਕਿਤੇ। ਤੇ ਦੂਸਰਾ ਜਿਹੜਾ ਆ ਕਿ ਪੈਸਾ ਕਿੱਥੋਂ ਆਊ ਉਸ ਇਲੈਕਸ਼ਨ ਲਈ? ਕੱਲੇ ਸਿੱਧੂ ਸਾਹਿਬ ਦੇ ਕੋਲੋਂ ਪੈਸੇ ਚਲੋ ਅਮੀਰ ਬੰਦੇ ਆ ਦੇ ਸਕਦੇ ਆ, ਬਾਕੀ ਜਿਹੜੇ ਹੁਣ ਜਿਹੜੇ ਵਿਅਕਤੀ ਨੇ ਬਹੁਤੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕਦੀ ਮੌਕਾ ਹੀ ਨਹੀਂ ਮਿਲਿਆ, ਜਾਂ ਬੜੇ ਇਮਾਨਦਾਰ ਵਿਅਕਤੀ ਨੇ, ਪ੍ਰਗਟ ਰੀ ਜਿਹੜੇ ਥੱਲੇ ਉੱਠ ਕੇ ਗਏ ਆ, ਚਰਨਜੀਤ ਚੰਨੀ ਰੀਵੀ ਥੱਲੇ ਤੋਂ ਉੱਠ ਕੇ ਗਏ, ਉਹਨਾਂ ਆਪ ਕਿਹਾ ਕਿ ਮੈਂ ਤੇ ਆਪਣੀ ਮਾਂ ਨਾਲ ਛੱਪੜ ਦੀ ਮਿੱਟੀ ਲਿਆਉਂਦਾ ਰਿਹਾ। ਉਹਨਾਂ ਵਿਅਕਤੀਆਂ ਨੂੰ ਇੰਨੇ ਵੱਡੇ ਫੰਡ ਜੁਗਾੜ ਕਰਨ ਲਈ ਕੀ ਕਰਨਾ ਪੈਣਾ ਸੀਗਾ। ਸੋ ਉਹ ਵੀ ਇੱਕ ਮਜਬੂਰੀਆਂ ਨੇ ਕਿ ਇਹਨਾਂ ਲੋਕਾਂ ਨੂੰ ਵਿੱਚ ਵਾਪਸ ਲੈਣਾ ਪਿਆ ਵੀ ਇਹ ਬੰਦੇ ਘੱਟੋ ਘੱਟ ਔਖੇ ਵੇਲੇ ਪੈਸੇ ਤੇ ਦੇ ਦੇਣਗੇ। ਪੈਸੇ ਤਾਂ ਗਿੱਲ ਸਾਹਿਬ ਦੇ ਦੇਣਗੇ, ਪਰ ਲੋਕਾਂ ਦੇ ਵਿੱਚ ਜਿਹੜਾ ਇਮੇਜ ਹੈਗਾ ਗਵਰਨਮੈਂਟ ਦਾ ਉਹ ਬੇਈਮਾਨੀ ਦਾ ਹੀ ਜਾਏਗਾ ਨਾ। ਉਹ ਤੇ ਗਿਆ, ਉਹ ਤੇ ਹੈ। ਜਿਹੜਾ ਚਰਨਜੀਤ ਸਿੰਘ ਚੰਨੀ ਆ ਤੇ ਪ੍ਰਗਟ ਸਿੰਘ ਆ, ਇਹ ਪ੍ਰਗਟ ਸਿੰਘ ਨੇ 2 ਇਲੈਕਸ਼ਨਾਂ ਜਿੱਤੀਆਂ ਹੈਗੀਆਂ। ਜੇ ਉਹ ਇਮਾਨਦਾਰੀ ਨਾਲ 2 ਇਲੈਕਸ਼ਨਾਂ ਜਿੱਤ ਸਕਦਾ ਆ ਤੇ ਉਹ ਤੀਜੀ ਵੀ ਜਿੱਤ ਜੂਗਾ। ਚੰਨੀ ਹੋਰੀ ਜਿਹੜੇ ਆ ਉਹ ਵੇਖ ਲਓ, ਇੱਕ ਵਾਰੀ ਆਜ਼ਾਦ ਵੀ ਉਹ ਜਿੱਤੇ ਹੈਗੇ ਆ, ਜਿਹਦਾ ਮਤਲਬ ਇਹ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹੁਣ ਇਲੈਕਸ਼ਨਾਂ ਬਹੁਤ ਮਹਿੰਗੀਆਂ ਹੋ ਗਈਆਂ, ਪੈਸੇ ਤੋਂ ਬਿਨਾਂ ਕੋਈ ਚੋਣ ਲੜ ਨਹੀਂ ਸਕਦਾ। ਪਰ ਇਹ ਵੀ ਆ ਕਿ ਜੇ ਕੋਈ ਬੰਦਾ ਜਿਹੜਾ ਆ ਉਹ ਲੋਕਾਂ ਦੇ ਵਿੱਚ ਵਿਚਰਦਾ ਆ, ਉਹਦੇ ਪੱਲੇ ਇਮਾਨਦਾਰੀ ਆ, ਤਾਂ ਲੋਕ
ਕੋਈ ਸ਼ੱਕ ਨਹੀਂ ਕਿ ਲਾਲਚ ਨੂੰ ਵੀ ਵੋਟ ਪੈਂਦੀ ਆ, ਪੈਸੇ ਦਾ ਲਾਲਚ, ਸ਼ਰਾਬ ਦਾ ਲਾਲਚ, ਹੋਰ ਕਿਸੇ ਨਸ਼ੇ ਦਾ ਲਾਲਚ। ਪਰ ਇਮਾਨਦਾਰ ਇਹ ਤਾਂ ਹੁਣ ਸਾਰੇ ਹੀ ਕਰਨ ਲੱਗ ਗਏ ਆ। ਸਾਰੇ ਕੈਂਡੀਡੇਟ ਜਿਹੜੇ ਆ, ਮੰਨ ਲਓ ਜੇ ਇੱਕ ਹਲਕੇ 'ਚ 3 ਪਾਰਟੀਆਂ ਆ ਤੇ ਤਿੰਨੇ ਹੀ ਇਸ ਕਿਸਮ ਦਾ ਲਾਲਚ ਦਿੰਦੇ ਆ, ਤੇ ਵੋਟਰ ਜਿਹੜਾ ਹੈਗਾ ਉਹ ਵੋਟ ਤਾਂ ਆਪਣੀ ਮਰਜ਼ੀ ਨਾਲ ਪਾਉਂਦਾ ਆ। ਇਸ ਕਰਕੇ ਉਹ ਜਿਹੜੇ ਪੈਸੇ ਇਕੱਠੇ ਕਰਨ ਵਾਲੀ ਗੱਲ ਹੈਗੀ ਆ, ਉਹ ਤਾਂ ਸਗੋਂ ਹੋਰ ਬਦਨਾਮੀ ਵਾਲੀ ਗੱਲ ਆ। ਵੀ ਇਹ ਕਹਿੰਦੇ ਅਸੀਂ ਇਮਾਨਦਾਰ ਗਵਰਨਮੈਂਟ ਲਿਆਉਣੀ ਆ, ਇਹਨਾਂ ਨੇ ਤੇ ਮਤਲਬ ਤੰਗਲੀਆਂ ਨਾਲ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਆ, ਤੇ ਇਮਾਨਦਾਰੀ ਕਿੱਥੋਂ ਲਿਆਉਣਗੇ। ਸੋ ਇਸ ਕਰਕੇ ਇਹ ਬੜੀ ਕੰਪਲਿਕੇਟਡ ਸਿਚੁਏਸ਼ਨ ਆ ਜੀ। ਅਸੀਂ ਆਮ ਲੋਕ ਜਿਹੜੇ ਬਹੁਤੇ ਆ ਉਹ ਸਮਝ ਲੈਂਦੇ ਆ ਵੀ ਇਹ ਜੋ ਕਹਿੰਦੇ ਆ ਉਹੀ ਕਰਨਗੇ, ਪਰ ਅਨਫੋਰਚੂਨੇਟਲੀ ਗਿੱਲ ਸਾਹਿਬ, ਸਿਆਸਤਦਾਨ ਤੇ ਸਿਆਸੀ ਪਾਰਟੀਆਂ, ਬਹੁਤੀਆਂ ਜਿਹੜੀਆਂ ਸਿਆਸੀ ਪਾਰਟੀਆਂ ਆ, ਬਹੁਤੇ ਸਿਆਸੀ ਲੀਡਰ ਜਿਹੜੇ ਆ, ਉਹ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ। ਪ੍ਰਚਾਰ ਇਹੀ, ਕਦੀ ਕਿਸੇ ਗਵਰਨਮੈਂਟ ਨੇ ਬਦਲਣ ਵੇਲੇ ਕਿਹਾ ਆ ਵੀ ਅਸੀਂ ਕਰਪਟ ਜਿਹੜੇ ਬੰਦੇ ਆ ਉਹਨਾਂ ਨੂੰ ਸ਼ਾਬਾਸ਼ੀ ਦਿਆ ਕਰਾਂਗੇ। ਕਹਿਣਾ ਇਹੋ ਹੀ ਆ ਵੀ ਇਮਾਨਦਾਰੀ ਇਮਾਨਦਾਰੀ ਇਮਾਨਦਾਰੀ, ਪਰੰਤੂ ਇਹ ਸਾਰਿਆਂ ਨੂੰ ਪਤਾ ਆ ਕਿ ਕਹਿਣਾ ਕੁਛ ਤੇ ਕਰਨਾ ਕੁਛ। ਜੀ, ਇਸੇ ਕਰਕੇ ਕਾਲੋ ਸਾਹਿਬ ਬੇਭਰੋਸਗੀ ਬਣੀ ਹੋਈ ਆ। ਲੋਕ ਜਿਹੜਾ ਵੋਟਰ ਆ, ਜਿਹੜਾ ਆਮ ਸਧਾਰਨ ਨਾਗਰਿਕ ਆ, ਉਹ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰਦਾ। ਹੁਣ ਜਿੱਦਾਂ ਆਪਾਂ ਡਿਸਕਸ ਕਰਕੇ ਹਟੇ ਆ ਕਿ ਸਿੱਧੂ ਸਾਹਿਬ ਦਾ ਲੱਗਦਾ ਹੈ ਕਿ ਉਹ ਬੜੇ ਇਮਾਨਦਾਰ ਨੇ, ਉਹ ਕੁਝ ਕਰਨਾ ਚਾਹੁੰਦੇ ਆ, ਪਰ ਬੇਭਰੋਸਗੀ ਦਾ ਮਾਹੌਲ ਹੈ, ਕਿਸੇ ਸਿਆਸਤਦਾਨ ਤੇ ਵੀ ਕੋਈ ਵਿਸ਼ਵਾਸ ਨਹੀਂ ਕਰਦਾ। ਸੋ ਮੈਂ ਹੁਣ ਸਮਾਂ ਆਪਣਾ ਮੁੱਕਣ ਵਾਲਾ, ਮੈਂ ਤੁਹਾਡੇ ਕੋਲ ਇੱਕ ਲੋਕਲ ਇੱਥੋਂ ਦੀ ਗੱਲ ਜਾਣਨੀ ਚਾਹੁੰਦਾ ਆ। ਕੱਲ 27 ਤਰੀਕ ਨੂੰ ਦਿਨ ਜਿਹੜਾ ਸੀਗਾ ਉਹ ਭਾਰਤ ਬੰਦ ਹੋਇਆ, ਸਫਲ ਬੰਦ ਹੋਇਆ, ਤੇ ਕਿਸਾਨ ਲੀਡਰਸ਼ਿਪ ਦੀ ਕਾਲ ਸੀ ਕਿ ਵਿਦੇਸ਼ਾਂ ਵਿੱਚ ਜਿਹੜਾ ਡਾਇਸਪੋਰਾ ਆ ਉਹ ਵੀ ਉਹ ਸਪੋਰਟ ਲਈ ਬਾਹਰ ਨਿਕਲੇ ਤੇ ਨੋ ਫਾਰਮਰ ਨੋ ਫੂਡ ਦੇ ਲੈ ਕੇ ਬੈਨਰ ਤੇ ਸੜਕਾਂ ਤੇ ਆਵੇ। ਉਹਦੇ ਵਿੱਚ ਤੁਹਾਡੇ ਵੱਲੋਂ ਤਾਂ ਆਪਣੀਆਂ ਹੋਰ ਜਥੇਬੰਦੀਆਂ ਵੱਲੋਂ ਵੀ ਕੱਲ ਇੱਥੇ ਬਰੈਂਪਟਨ ਵਿੱਚ ਇੱਕ ਜਿਹੜਾ ਉਹ ਪ੍ਰੋਟੈਸਟ ਰੈਲੀ ਕੀਤੀ ਗਈ ਸੀਗੀ। ਉਹਦੇ ਬਾਰੇ ਕੋਈ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਰਿਹਾ ਤੇ ਕੀ ਉਹਦਾ ਪ੍ਰਭਾਵ ਜਿਹੜਾ ਉਹ ਗਿਆ ਹੋਏਗਾ। ਇਹ ਜਿਹੜੀ ਰੋਸ ਰੈਲੀ ਹੈ ਜੀ, ਉਹ ਕਿਉਂਕਿ ਜਿਹੜੀ ਫਾਰਮਰਜ਼ ਸਪੋਰਟ ਕਮੇਟੀ ਬਣੀ ਆ ਟੋਰਾਂਟੋ ਦੀ, ਉਹਦੇ ਵਿੱਚ ਦਸੰਬਰ ਦੇ ਪਹਿਲੇ ਹਫਤੇ ਤੋਂ ਹੀ ਜਿਹੜੇ ਐਕਸ਼ਨ ਹੈਗੇ ਆ ਉਹ ਹੁੰਦੇ ਰਹੇ ਆ। ਜੋ ਕਾਲ, ਜੋ ਸੱਦਾ ਸੰਯੁਕਤ ਕਿਸਾਨ ਮੋਰਚਾ ਦਿੱਲੀੋਂ ਦਿੰਦਾ ਰਿਹਾ, ਉਹਦੇ ਤੇ ਅਮਲ ਹੁੰਦਾ ਰਿਹਾ। ਉਹ ਭਾਵੇਂ ਕਾਰ ਰੈਲੀਆਂ ਹੋਣ, ਭਾਵੇਂ ਜਿਹੜਾ ਸਾਡਾ ਕੰਸੂਲੇਟ ਜਨਰਲ ਆ ਉਹਦੇ ਸਾਹਮਣੇ ਜਾ ਕੇ ਮੁਜ਼ਾਹਰੇ ਕਰਨੇ ਹੋਣ, ਜਾਂ ਸੜਕਾਂ ਤੇ ਚੌਂਕਾਂ ਤੇ ਖੜ ਕੇ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ, ਕਿਸਾਨ ਮੋਰਚੇ ਦੇ ਹੱਕ ਦੇ ਵਿੱਚ ਤੇ ਕਾਲੇ ਬਿੱਲਾਂ ਦੇ ਖਿਲਾਫ ਪ੍ਰਚਾਰ ਕਰਨਾ ਹੋਵੇ, ਹੁੰਦਾ ਰਿਹਾ। ਸੋ ਇਹ 27 ਸਤੰਬਰ ਦੀ ਕਾਲ ਜਿਹੜੀ ਹੈਗੀ ਆ ਉਹ ਸੰਯੁਕਤ ਕਿਸਾਨ ਮੋਰਚੇ ਨੇ ਬੰਦ ਦੀ ਦਿੱਤੀ ਸੀਗੀ, ਤੇ ਅਸੀਂ ਯਾਨੀ ਟੋਰਾਂਟੋ ਦੇ ਵਿੱਚ ਜਿਹੜੀ ਫਾਰਮਰਜ਼ ਸਪੋਰਟ ਕਮੇਟੀ ਆ ਉਹ ਇਸ ਤਰੀਕੇ ਨਾਲ ਤਾਂ ਬੰਦ ਨਹੀਂ ਕਰ ਸਕਦੀ, ਪਰੰਤੂ ਉਹਨਾਂ ਨੇ ਇੱਕ ਰੋਸ ਰੈਲੀ ਜਿਹੜੀ ਆ ਉਹ ਕੀਤੀ ਕੱਲ। ਜਿਹੜਾ ਹਰ ਅੰਟਾਰੀਓ ਤੇ ਸਟੀਲਜ਼ ਦਾ ਇੰਟਰਸੈਕਸ਼ਨ ਆ, ਉਹਦੇ ਇੱਕ ਕਾਰਨਰ ਦੇ ਉੱਤੇ ਕੋਈ 100 ਕੁ ਬੰਦਾ ਜਿਹੜਾ ਹੈਗਾ, ਵੱਖਰੀਆਂ ਵੱਖਰੀਆਂ ਜਥੇਬੰਦੀਆਂ ਦਾ, ਵੱਖਰੀਆਂ ਵੱਖਰੀਆਂ ਜਿਹੜੀਆਂ ਕਲੱਬਾਂ ਹੈਗੀਆਂ, ਉਹਨਾਂ ਦੇ ਇਕੱਠੇ ਹੋ ਕੇ ਤੇ ਮੁਜ਼ਾਹਰਾ ਕੀਤਾ। ਉਹਦੇ ਵਿੱਚ ਵਿਸ਼ੇਸ਼ ਗੱਲ ਇਹ ਰਹੀ ਪਈ, ਜਿਹੜੀਆਂ ਕਿਸਾਨ ਹਮਾਇਤੀ ਜਥੇਬੰਦੀਆਂ ਆ ਉਹਨਾਂ ਨੇ ਤੇ ਆਉਣਾ ਹੀ ਆਉਣਾ ਸੀਗਾ। ਉਹਦੇ ਵਿੱਚ ਕੁਝ ਜਿਹੜੇ ਗੋਰਾ ਕਮਿਊਨਿਟੀ ਦੇ ਲੋਕ ਹੈਗੇ ਆ ਉਹ ਵੀ ਆਏ। ਇੱਕ ਐਲ ਸਲਵਾਡੋਰ ਦੀ ਬੈਕਗਰਾਊਂਡ ਦੀ ਜਿਹੜੀ ਲੇਡੀ ਆ ਉਹ ਆਈ, ਔਰ ਉਹਨਾਂ ਨੇ ਇਹ ਦੱਸਿਆ ਬਈ ਕਿ ਜੋ ਭਾਰਤ ਦੇ ਵਿੱਚ ਹੋ ਰਿਹਾ ਉਹ ਲੈਟਿਨ ਅਮਰੀਕਾ ਦੇ ਵਿੱਚ ਵੀ ਹੁੰਦਾ ਰਿਹਾ ਹੈਗਾ। ਤੇ 6 ਵਜੇ ਤੋਂ ਲੈ ਕੇ 8 ਵਜੇ ਤੱਕ 2 ਘੰਟੇ ਇਹ ਪ੍ਰੋਗਰਾਮ ਚੱਲਿਆ, ਜਿਹਦੇ 'ਚ ਵੱਖ-ਵੱਖ ਬੁਲਾਰੇ ਜਿਹੜੇ ਆ ਉਹ ਬੋਲੇ, ਔਰ ਮੀਡੀਆ ਨੇ ਬਹੁਤ ਇਹਦੀ ਕਵਰੇਜ ਕੀਤੀ। ਘੱਟੋ ਘੱਟ 5-6 ਟੀਵੀ ਚੈਨਲ ਜਿਹੜੇ ਹੈਗੇ ਆ ਉਹ ਕਵਰੇਜ ਲਈ ਆਏ ਸੀਗੇ। ਤੇ ਇਹ ਮਕਸਦ ਆਪਣਾ ਇਹ ਆ ਵੀ ਜਿਹੜੇ ਵਿਦੇਸ਼ 'ਚ ਬੈਠੇ ਹੈਗੇ ਆ ਲੋਕ, ਕਿਉਂਕਿ ਬੇਸਿਕਲੀ ਬਹੁਤੇ ਜਿਹੜੇ ਕਿਸਾਨ ਆ ਉਹ ਆਏ ਹੈਗੇ ਆ, ਤੇ ਕੁਝ ਤਾਂ ਸੈਕਸ਼ਨ ਹੈਗੇ ਜਿਨ੍ਹਾਂ ਤੇ ਸਿੱਧਾ ਅਸਰ ਪੈਂਦਾ ਹੈਗਾ, ਤੇ ਜਿਨ੍ਹਾਂ ਦੀਆਂ ਜ਼ਮੀਨਾਂ ਗਿੱਲ ਸਾਹਿਬ ਉੱਥੇ ਆ ਨਾ, ਉਹਨਾਂ ਤੇ ਸਿੱਧਾ ਅਸਰ ਪੈਂਦਾ ਹੈਗਾ। ਇਸ ਕਰਕੇ ਇਹ ਜਿਹੜਾ ਮੋਰਚਾ ਹੈ ਨਾ, ਇਹ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਗਿਆ ਹੈਗਾ। ਇੱਕ ਤਾਂ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਨਿੱਜੀ ਸੱਟ ਵੀ ਵੱਜਦੀ ਆ, ਜਦੋਂ ਉਹ ਕਹਿੰਦੇ ਆ ਨਾ ਵੀ ਕੇਵਲ ਤੇ ਕੇਵਲ ਉਹਦੀ ਜਿਣਸ ਖਰੀਦੀ ਜਾਏਗੀ ਜਿਹਦੇ ਨਾਂ ਤੇ ਗਰਦੌਰੀ ਹੋਊਗੀ, ਤੇ ਜਿਹੜੇ NRI ਆ ਉਹਨਾਂ ਦੇ ਨਾਂ ਤੇ ਤਾਂ ਗਰਦੌਰੀ ਜਿਹੜੀ ਆ ਉਹ ਠੇਕੇ ਤੇ ਦਿੰਦੇ ਆ ਜਾਂ ਆਦਤ ਤੇ ਦਿੰਦੇ ਆ, ਵਗੈਰਾ ਵਗੈਰਾ। ਤੇ ਦੂਜਾ ਇਹ ਵੀ ਆ ਵੀ
ਕਿ ਜੇ ਕਿਸਾਨੀ ਖਤਮ ਹੋ ਗਈ ਤਾਂ ਫਿਰ ਕਿਸੇ ਦਾ ਬਚਣਾ ਕੁਛ ਨਹੀਂਗਾ। ਤੇ ਬਾਕੀ ਜਿਹੜੇ ਸੈਕਸ਼ਨ ਹੈਗੇ ਸੁਸਾਇਟੀ ਦੇ ਉਹ ਵੀ ਇਹਦੇ ਨਾਲ ਪ੍ਰਭਾਵਿਤ ਨੇ। ਤੇ ਕਿਸਾਨ ਲਹਿਰ ਜਿਹੜੀ ਹੈਗੀ ਆ, ਸੰਯੁਕਤ ਕਿਸਾਨ ਮੋਰਚਾ ਜਿਹੜਾ ਆ, ਉਹਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਮਝਾ ਕੇ ਸਾਰੇ ਤੱਥ ਲਿਆ ਕੇ ਇਹਨੇ ਇੱਕ ਸਿਆਣੇ ਕਰ ਦਿੱਤਾ ਆ ਕਿ ਉਹਨਾਂ ਨੂੰ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ। ਕੱਲ ਵੀ ਅਸੀਂ ਜਥੇਬੰਦੀਆਂ ਤੋਂ ਬਾਹਰ ਵੀ ਬੰਦੇ ਜਿਹੜੇ ਆ, ਕਿਉਂਕਿ ਅਸੀਂ ਰੇਡੀਓ ਟੀਵੀ ਦੇ ਉੱਤੇ ਅਖਬਾਰਾਂ ਰਾਹੀਂ ਉਹਦੀ ਪਬਲਿਸਿਟੀ ਕੀਤੀ ਸੀਗੀ, ਕੁਝ ਲੋਕ ਜਿਹੜੇ ਆ ਮੀਡੀਆ ਦੀਆਂ ਖਬਰਾਂ ਪੜ੍ਹਨ ਤੋਂ ਬਾਅਦ ਵੀ ਆਏ ਆ। ਔਰ ਤੁਸੀਂ ਥਾਂ ਦੇਖੋਗੇ ਬਰੈਂਪਟਨ ਦੇ ਵਿੱਚ ਕਿ ਨੋ ਫਾਰਮਰਸ ਨੋ ਫੂਡ, ਵੀ ਸਟੈਂਡ ਵਿਦ ਦਾ ਫਾਰਮਰਸ, ਯਾਨੀ ਕਿੰਨੀਆਂ ਗੱਡੀਆਂ ਆ। ਔਰ ਕੱਲ ਜਿਹੜਾ ਉੱਥੇ ਰੋਸ ਰੈਲੀ ਹੋਈ, ਉਹਦੇ ਵੀ ਜਿਹੜੇ ਲੋਕ ਸੜਕ ਤੋਂ ਲੰਘਦੇ ਸੀਗੇ ਉਹ ਹਾਰਨ ਮਾਰ ਕੇ ਰੈਲੀ ਦੀ ਸਪੋਰਟ ਕਰ ਰਹੇ ਸੀਗੇ। ਸੋ ਇਹ ਇੱਕ ਯਤਨ ਸੀਗਾ ਕਿ ਜਿਹੜੇ ਸਾਡੇ ਸੰਯੁਕਤ ਕਿਸਾਨ ਮੋਰਚੇ ਵਾਲੇ ਲੀਡਰ ਆ, ਜਿਹੜੀ ਪੰਜਾਬ ਤੇ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਕਰ ਰਹੀ ਆ, ਉਸ ਸੰਘਰਸ਼ ਦੇ ਵਿੱਚ ਅਸੀਂ ਵੀ ਆਪਣਾ ਹਿੱਸਾ ਪਾਈਏ। ਔਰ ਇਹ ਰੈਲੀ ਬੜੀ ਪ੍ਰਭਾਵਸ਼ਾਲੀ ਸੀਗੀ ਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਇਹਦੀਆਂ ਖਬਰਾਂ ਵੀ ਜਿਹੜੀਆਂ ਉਹ ਉਸੇ ਪ੍ਰਪੋਰਸ਼ਨ ਦੇ ਵਿੱਚ ਲੱਗਣਗੀਆਂ। ਜੀ ਕਾਲੂ ਸਾਹਿਬ, ਸਮਾਂ ਆਪਣਾ ਹੋ ਗਿਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ, ਵਿਸਤਾਰ ਤੁਸੀਂ ਜਾਣਕਾਰੀ ਦਿੱਤੀ ਆ। ਔਰ ਉਮੀਦ ਕਰਦੇ ਹਾਂ ਕਿ ਜਿਹੜੀ ਕਿਸਾਨ ਮੋਰਚਾ ਆ ਅਖੀਰ 'ਚ ਉਹਦੀ ਜਿੱਤ ਹੋਣੀ ਆ। ਇਹਦੇ ਵਿੱਚ ਜਿੰਨਾ ਕੋਈ ਯੋਗਦਾਨ ਪਾ ਸਕਦਾ ਆ ਉਹ ਤਿਲ ਫੁੱਲ ਜਿੱਦਾਂ ਕਹਿੰਦੇ ਹੁੰਦੇ ਆ ਉਹ ਜ਼ਰੂਰ ਪਾਉਣਾ ਚਾਹੀਦਾ। ਔਰ ਉਮੀਦ ਕਰਨੀ ਚਾਹੀਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਸਰਕਾਰ ਹੋਰ ਅਜੇ ਲੰਬਾ ਸਮਾਂ ਲਟਕਾਉਂਦੀ ਆ, ਜਿੱਦਾਂ ਉਹ ਲੋਹੇ ਦਾ ਥਣ ਬਣੀ ਹੋਈ ਆ, ਤਾਂ ਉਹਨੂੰ ਨਰਮ ਕਰਨ ਲਈ ਜਾਂ ਉੱਤੇ ਪ੍ਰੈਸ਼ਰ ਪਾਉਣ ਲਈ ਜਿਹੜਾ ਡਾਇਸਪੋਰਾ ਆ ਉਹਨੂੰ ਹੋਰ ਤਕੜੇ ਹੋ ਕੇ ਕਿਸਾਨ ਮੋਰਚੇ ਦੀ ਜਿਹੜੀ ਆ ਹੈਲਪ ਆ ਉਹਦੇ ਲਈ ਅੱਗੇ ਆਉਣਾ ਚਾਹੀਦਾ। ਆਪਣੇ ਮਤਭੇਦ ਮਿਟਾ ਕੇ ਗਰੁੱਪਾਂ ਨੂੰ ਜਿਹੜੀਆਂ ਵੰਡੀਆਂ ਪਈਆਂ ਨੇ ਇੱਥੇ ਵੀ ਕਿ ਉਸ ਗਰੁੱਪ ਨੇ ਕਰਤੀ ਤੇ ਇਸ ਗਰੁੱਪ ਨੇ ਉੱਥੇ ਕਰਨੀ, ਉਹ ਕਰਨੀ, ਇਕੱਠੇ ਹੋ ਕੇ ਹਮਲਾ ਮਾਰੀਏ ਤੇ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋਏਗਾ। ਇਸ ਗੱਲ ਦੀ ਉਮੀਦ ਕਰਨੀ ਚਾਹੀਦੀ ਆ। ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਮਿਹਰਬਾਨੀ ਜੀ।